So we can start with the open discussion session over here. And I welcome Dr. Shalu Jindal and Dr. Manjinder Kaur Saini for joining us in this session. This is so I request all the panel members to kindly keep your mics on mute mode till your turn is not there. I'm really sorry I'm saying you this about this because when you know, then there is an online meeting, so we have the disturbances and background noise is also being picked up. So all have first of all, I really appreciate the soft skills sessions that has extended in these 2 days, and 3 sessions were there that was carried out by starting from the Dr. Shalu Jindal, Dr. Manjinder Kaur Saini, and today Dr. Meena Thakur. And here we can see the women empowerment again. So I'm saying again. So 3 female speakers are with us, and I think they have nailed the whole session of soft skills. So congratulations to all, and thank you very much for sparing the time. So ਹੁਣ ਮੈਂ ਜੋ ਵੀ ਮੇਰੇ ਕੋਲ ਸੈਸ਼ਨ ਦੇ ਵਿੱਚ ਕੁਐਸਚਨਸ ਆਏ ਨੇ ਉਹ ਮੈਂ 1 ਬਾय 1 ਲਵਾਂਗਾ। ਇੱਕ ਕੁਐਸਚਨ ਮੈਂ ਡਾਕਟਰ ਸ਼ਾਲੂ ਜਿੰਦਲ ਤੋਂ ਸਟਾਰਟ ਕਰਾਂਗਾ, ਫਿਰ ਡਾਕਟਰ ਮਨਜਿੰਦਰ ਕੌਰ ਸੈਣੀ ਐਂਡ ਦੈਨ ਡਾਕਟਰ ਮੀਨਾ ਠਾਕੁਰ, so that there is a like you know, in a group we can go for, so people are also not bored about that. पहला क्वेश्चन ਜਿਹੜਾ ਆਇਆ ਹੈ ਉਹ ਸਾਡੇ ਕੋਲ ਡਾਕਟਰ ਸ਼ਾਲੂ ਜਿੰਦਲ ਵਾਸਤੇ ਹੈ ਕਿ during the lockdown period we all know that the training is being conducted, teaching is being conducted through online mode. So ਉਹਨਾਂ ਨੇ ਸਾਨੂੰ ਇਹ ਪੁੱਛਿਆ ਹੈ ਕਿ ਮੈਡਮ ਕੀ ਤੁਸੀਂ effective learning of students ਬਾਰੇ ਕੁਝ methods ਦੱਸ ਸਕਦੇ ਹੋ? Dr. Shalu Jindal. Yes, thank you, Dr. Vishal. Yes, this is a very interesting question. ਕੱਲ ਅਸੀਂ ਡਿਸਕਸ ਕਰ ਰਹੇ ਸੀ ਕਿ ਲਰਨਿੰਗ ਨੂੰ ਕਾਫੀ ਇਫੈਕਟਿਵ ਅਸੀਂ ਕਿਵੇਂ ਬਣਾ ਸਕਦੇ ਹਾਂ, ਜਿਵੇਂ ਮੈਂ ਕੱਲ ਵੀ ਦੱਸ ਰਹੀ ਸੀ ਆਪਣੇ ਲੈਕਚਰ ਦੇ ਵਿੱਚ। ਹਾਂ, ਹੋਰ ਕਈ ਆਪਸ਼ਨਸ ਨੇ, ਜਿਵੇਂ ਅੱਜ ਕੱਲ ਬੜੀ ਪਪੂਲਰ ਹੈ ਫਲਿਪਡ ਕਲਾਸਰੂਮ। ਥੋੜਾ ਜਿਹਾ ਮੈਂ ਫਲਿਪਡ ਕਲਾਸਰੂਮ ਬਾਰੇ ਦੱਸਣਾ ਚਾਹਾਂਗੀ, ਕਾਈਂਡਲੀ ਨੋਟ ਕਰ ਲੈਣ ਸਾਰੇ ਪਾਰਟਿਸਿਪੈਂਟਸ ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਮੰਨ ਲਓ ਇੱਕ ਵੀਡੀਓ ਬਣਾਈ ਕਿਸੇ ਵੀ ਕੰਟੈਂਟ ਨਾਲ ਰਿਲੇਟਡ, ਤੁਸੀਂ ਕੁਝ ਪੜ੍ਹਾ ਰਹੇ ਹੋ, ਯੂ ਮੇਡ ਅ ਵੀਡੀਓ, ਤੁਸੀਂ ਉਹ ਵੀਡੀਓ ਸ਼ੇਅਰ ਕਰਤੀ ਬੱਚਿਆਂ ਨਾਲ ਥਰੂ WhatsApp ਜਾਂ ਕੋਈ ਹੋਰ ਟੂਲ, ਕਿਸੇ ਵੀ ਤਰ੍ਹਾਂ ਤੁਸੀਂ ਉਹਨੂੰ ਵੀਡੀਓ ਸ਼ੇਅਰ ਕਰਤੀ, ਬੱਚਿਆਂ ਨੇ ਕੰਟੈਂਟ ਪੂਰਾ ਪੜ੍ਹ ਲਿਆ, ਸਮਝ ਲਿਆ ਉਸ ਟੌਪਿਕ ਨੂੰ। ਫਿਰ ਕੀ ਹੋਏਗਾ, ਜਦੋਂ ਐਕਚੁਅਲ ਕਲਾਸ ਹੋਏਗੀ ਤੁਹਾਡੀ ਕਿਸੇ ਵੀ ਪਲੇਟਫਾਰਮ ਤੇ ਹੈ ਉਹ ਕਲਾਸ, ਕੋਈ ਜ਼ੂਮ ਤੇ ਲੈ ਰਹੇ ਹੋ ਜਾਂ ਕਿਸੇ ਵੀ ਹੋਰ ਤੇ, ਤੁਸੀਂ ਉਸ ਕਲਾਸ ਦੇ ਵਿੱਚ ਫਿਰ ਕੀ ਕਰੋਗੇ, ਤੁਸੀਂ ਬੱਚੇ ਤੋਂ ਕੁਐਸਚਨਸ ਪੁੱਛੋਗੇ ਕਿ ਤੁਸੀਂ ਵੀਡੀਓ ਦੇਖ ਲਈ ਹੈ, ਵੀਡੀਓ ਆਲਰੇਡੀ ਤੁਹਾਡੇ ਕੋਲ ਹੈ, ਕੰਟੈਂਟ ਪਹੁੰਚਿਆ ਹੋਇਆ ਬੱਚਿਆਂ ਕੋਲ, ਟੀਚਰ ਨੇ ਖੁਦ ਵੀਡੀਓ ਬਣਾਈ ਹੈ ਜਾਂ ਸੈਂਡ ਕੀਤੀ ਹੈ। ਫਿਰ ਕੀ ਕਰੇਗਾ ਕਿ ਉਹ ਟੀਚਰ ਬੱਚਿਆਂ ਦੇ ਡਾਊਟਸ ਲਏਗਾ ਔਰ ਚੈੱਕ ਕਰਨ ਲਈ ਕਿ ਬੱਚਿਆਂ ਨੇ ਵੀਡੀਓ ਦੇਖੀ ਹੈ ਕਿ ਨਹੀਂ ਦੇਖੀ ਹੈ, ਕੰਟੈਂਟ ਸਮਝਿਆ ਕਿ ਨਹੀਂ ਸਮਝਿਆ, ਤਾਂ ਫਿਰ ਉਹ ਟੀਚਰ ਕੁਐਸਚਨਸ ਪੁੱਛੇਗਾ, ਇਵੈਲੂਏਸ਼ਨ ਕਰੇਗਾ, ਹੈ ਨਾ। ਤੋ ਇਹ ਬਹੁਤ ਇੱਕ ਇਫੈਕਟਿਵ ਤਰੀਕਾ ਹੈ ਟੂ ਇਨਕਰੀਜ਼ ਦਾ ਲਰਨਿੰਗ, ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। Is it okay, sir? Yeah, fine. So ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਕੁਐਸਚਨ ਪੁੱਛਿਆ ਹੈ ਪਾਰਟਿਸਿਪੈਂਟ ਨੇ, ਉਹਨਾਂ ਨੂੰ ਕਲੈਰਿਟੀ ਹੋ ਗਈ ਹੋਏਗੀ ਔਰ ਸੁਜੈਸ਼ਨ ਮਿਲ ਗਿਆ ਹੋਏਗਾ। ਸੋ ਅਗਲਾ ਕੁਐਸਚਨ ਡਾਕਟਰ ਮਨਜਿੰਦਰ ਕੌਰ ਵਾਸਤੇ ਹੈ। ਉਹਨਾਂ ਨੇ ਇਹ ਕਿਹਾ ਹੈ, ਮੈਂ ਕੁਐਸਚਨ ਪੜ੍ਹਨ ਜਾ ਰਿਹਾ, my students do not have access to good network. What are the, okay, so I think this is the question related to IT. So there is a, so participants ਨੂੰ ਇਹ ਦੱਸ ਦਿੱਤਾ ਜਾ ਰਿਹਾ ਹੈ ਕਿ ਆਪਣੇ ਕੋਲ IT ਦੇ ਐਕਸਪਰਟਸ ਜਿਹੜੇ ਨੇ ਉਹ forthcoming sessions ਦੇ ਵਿੱਚ ਆਣਗੇ। ਸੋ ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਕਿ ਲੋ ਬੈਂਡਵਿਡਥ ਪਲੇਟਫਾਰਮ ਤੇ ਕਿਹੜੇ ਆਪਾਂ ਸੌਫਟਵੇਅਰ ਯੂਜ਼ ਕਰ ਸਕਦੇ ਹਾਂ, ਸੋ ਉਹਨਾਂ ਦੇ ਇਹਨਾਂ ਸਾਰਿਆਂ ਦੇ ਕੁਐਸਚਨ ਜਿਹੜੇ ਆ ਉਹਨਾਂ ਦੁਆਰਾ ਦਿੱਤੇ ਜਾਣਗੇ। ਸੋ ਇਹ ਅਸੀਂ ਕੁਐਸਚਨ ਤੁਹਾਡਾ ਸੰਭਾਲ ਕੇ ਰੱਖ ਰਹੇ ਹਾਂ, ਜਦੋਂ ਵੀ ਅਸੀਂ ਨੈਕਸਟ IT ਦਾ ਸੈਸ਼ਨ ਕਰਾਂਗੇ ਉਹ ਪਹਿਲਾ ਕੁਐਸਚਨ ਤੁਹਾਡਾ ਪੁੱਛ ਦਿੱਤਾ ਜਾਏਗਾ। ਸੋ ਨੈਕਸਟ ਕੁਐਸਚਨ ਡਾਕਟਰ ਮਨਜਿੰਦਰ ਵਾਸਤੇ ਹੈ ਕਿ how should we improve the soft skills of the students? Okay, ji sir, it's very interesting. But students ਦੇ ਵਿੱਚ teachers ਆਪਣੇ level ਤੇ ਕਿਵੇਂ ਇਹ soft skills ਜਿਹੜੇ ਹੈ ਉਹ develop ਕਰ ਸਕਦਾ ਹੈ, ਉਹਦੇ ਲਈ ਸਰ ਮੈਂ ਤਾਂ ਇਹ suggest ਕਰੂੰਗੀ ਕਿ ਡੇਲੀ ਰੂਟੀਨ ਸਿਚੁਏਸ਼ਨਸ ਦੇ ਵਿੱਚ ਜਦੋਂ ਅਸੀਂ ਕਲਾਸ ਦੇ ਵਿੱਚ ਇੰਟਰੈਕਟ ਕਰ ਰਹੇ ਹਾਂ ਬੱਚਿਆਂ ਦੇ ਨਾਲ ਜਾਂ ਪਲੇਗਰਾਊਂਡ ਦੇ ਵਿੱਚ ਜਾਂ ਕਿਸੇ ਹੋਰ ਐਕਟੀਵਿਟੀ ਦੇ ਵਿੱਚ, ਜਿਹੜੀਆਂ ਅਸੀਂ ਗੱਲਾਂ ਇਸ 'ਚ ਸਮਝੀਆਂ ਕਿ ਸੌਫਟ ਸਕਿੱਲਸ ਕੀ ਹੁੰਦੇ ਆ, ਤੇ ਇਹ
ਡਿਵੈਲਪ ਕਰਨ ਦੀ ਓਪਰਚੁਨਿਟੀਜ਼ ਪ੍ਰੋਵਾਈਡ ਕਰਨਾ ਵੀ ਮੈਨੂੰ ਲੱਗਦਾ ਟੀਚਰਸ ਦੀ ਰਿਸਪੌਂਸਿਬਿਲਿਟੀ ਹੈ। ਕਿਉਂਕਿ ਨਾਰਮਲੀ ਕੀ ਦੇਖਿਆ ਜਾਂਦਾ ਇੱਕ ਅਸੀਂ ਜੇ ਰੂਟੀਨ ਵਰਕ ਦੇਖੀਏ ਟੀਚਰਸ ਦਾ, ਵੀ ਜਸਟ ਗੋ ਐਂਡ ਵੀ ਵਾਂਟ ਕਿ ਬੱਚੇ ਸਾਰੇ ਚੁੱਪ ਕਰਕੇ ਬੈਠ ਜਾਣ, ਸਿਰਫ ਸਾਨੂੰ ਸੁਣਨ, ਰਾਈਟ। ਆਈ ਐਮ ਨਾਟ ਟਾਕਿੰਗ ਅਬਾਊਟ ਐਕਸੈਪਸ਼ਨਲ ਕੇਸਿਸ, ਬਟ ਮੈਜੋਰਿਟੀ ਕੇਸਿਸ ਦੇ ਵਿੱਚ ਇਹ ਹੁੰਦਾ ਹੈ, ਕਿਉਂਕਿ ਸਾਡੇ ਤੇ ਵੀ ਅਸੀਂ ਕਹਿੰਦੇ ਹਾਂ ਕਿ ਸਿਲੇਬਸ ਦਾ ਪ੍ਰੈਸ਼ਰ ਬਹੁਤ ਹੈ ਔਰ ਅਸੀਂ ਸਾਰਾ ਕੁਝ ਟਾਈਮਲੀ ਕਰਾਉਣਾ ਹੈ, ਅਸੀਂ ਵਾਧੂ ਗੱਲਾਂ ਨਹੀਂ ਕਰ ਸਕਦੇ ਕਲਾਸ ਐਂਡ ਸੋ ਔਨ। ਬਟ I would suggest that we can plan our lessons ਜਾਂ ਅਸੀਂ ਐਸੀ strategies plan ਕਰ ਸਕਦੇ ਹਾਂ ਜਿਹਦੇ ਵਿੱਚ soft skills ਜਿਹੜੇ ਹੈ ਉਹ integrate ਹੋ ਸਕਦੇ ਹੈ। ਕਾਫੀ ਜਗ੍ਹਾ ਤੇ ਕੀਤਾ ਵੀ ਜਾਂਦਾ ਹੈ, ਬਟ ਕਾਫੀ ਜਗ੍ਹਾ ਤੇ ਚੀਜ਼ਾਂ ਨਹੀਂ ਵੀ ਪ੍ਰੈਕਟਿਸ, ਜਿਵੇਂ ਅਸੀਂ ਪ੍ਰੋਜੈਕਟ ਵਰਕਸ ਦੀ ਗੱਲ ਕਰੀਏ, ਅਸੀਂ ਕਲਾਸ ਦੇ ਵਿੱਚ 1:30 ਵਾਲੀ ਰੇਸ਼ੋ ਚ ਪੜ੍ਹਾਉਣਾ ਜ਼ਿਆਦਾ ਹੌਲੀ ਹੌਲੀ ਆ ਰਹੀ ਹੈ। Am I audible, sir? Hello? Yes, ma'am. Yes, ma'am. You're audible, please. Okay, actually, I just got a notification that some network problem is there. Okay, so I would suggest कि teachers ਨੂੰ ਆਪਣੇ ਲੈਵਲ ਤੇ classroom ਜਾਂ classroom ਦੇ ਬਾਹਰ ਜਿੱਥੇ ਵੀ ਬੱਚਿਆਂ ਨਾਲ interaction ਹੁੰਦੀ ਹੈ, ਉੱਥੇ ਐਸੀ opportunities ਕੀਤੀਆਂ ਜਾਣ ਕਿ ਉਹਨਾਂ ਨੂੰ ਆਪਣੇ soft skills practice ਕਰਨ ਦਾ ਮੌਕਾ ਮਿਲੇ। ਜਿਵੇਂ groups ਦੇ ਵਿੱਚ exercise ਦੇਤੀਆਂ, ਉਹਦੇ ਨਾਲ ਕੀ ਹੋਏਗਾ, ਬੱਚਿਆਂ ਨੂੰ ਇੱਕ ਦੂਜੇ ਦੇ ਨਾਲ communicate ਕਰਨ ਦਾ ਮੌਕਾ ਮਿਲੇਗਾ। ਅਸੀਂ ਸਿਰਫ group activities ਨੂੰ assign ਕਰਕੇ ਛੱਡ ਨਹੀਂ ਦੇਣਾ, because we are the facilitators, we are the supervisors there। ਅਸੀਂ ਉਹਨਾਂ ਗਰੁੱਪਸ 1-to-1 ਉਸ ਗਰੁੱਪ 'ਚ ਜਾ ਕੇ ਦੇਖਣਾ ਹੈ ਬੱਚੇ ਆਪਸ 'ਚ ਕਿਸ ਤਰੀਕੇ ਨਾਲ ਕਮਿਊਨੀਕੇਟ ਕਰ ਰਹੇ ਹੈ। ਜੇ ਸਾਨੂੰ ਉੱਥੇ ਕੋਈ ਪ੍ਰੋਬਲਮ ਲੱਗਦੀ ਹੈ, ਵੀ ਸ਼ੁੱਡ ਐਕਟ ਐਜ਼ ਅ ਫੈਸਿਲੀਟੇਟਰ। ਅਸੀਂ ਬੱਚਿਆਂ ਨੂੰ ਸਜੈਸਟਿਵ ਮੋਡ ਦੇ ਵਿੱਚ, ਡਾਂਟ ਕੇ ਨਹੀਂ, ਅਸੀਂ ਸਜੈਸ਼ਨਸ ਦੇਣੀਆਂ ਨੇ ਕਿ ਕਿਸ ਤਰੀਕੇ ਨਾਲ ਬੇਟਾ ਇਸ ਤਰ੍ਹਾਂ ਗੱਲ ਨਹੀਂ, ਇਸ ਤਰ੍ਹਾਂ ਗੱਲ ਕਰੋ, ਜਾਂ ਤੁਸੀਂ ਉਸਦੀ ਗੱਲ ਤਾਂ ਦੂਸਰੇ ਬੱਚੇ ਦੀ ਸੁਣ ਹੀ ਨਹੀਂ ਰਹੇ, ਰਾਈਟ। ਇਹਦੇ ਨਾਲ ਕੀ ਹੈ, ਬੱਚਿਆਂ ਦੀ ਐਕਸਪ੍ਰੈਸਿਵ ਕੁਆਲਿਟੀਜ਼ ਵਧਣਗੀਆਂ। ਅਸੀਂ ਕੱਲ ਕਮਿਊਨੀਕੇਸ਼ਨਸ ਦੀ ਅਸੀਂ ਕਿਹਾ ਕਿ ਬਹੁਤ ਇੰਪੋਰਟੈਂਟ ਸਕਿੱਲ ਹੈ, ਅਸੀਂ ਲਿਸਨਿੰਗ ਦੀ ਗੱਲ ਕੀਤੀ। ਸੋ ਜਦੋਂ ਗਰੁੱਪਸ ਦੇ ਵਿੱਚ ਬੱਚੇ ਐਕਟ ਕਰਨਗੇ, ਉਹਨਾਂ ਨੂੰ ਲਿਸਨਿੰਗ ਦੀ ਪ੍ਰੈਕਟਿਸ ਇੱਕ ਤਰੀਕੇ ਨਾਲ ਉਹ ਯੂਜ਼ ਕਰਨਗੇ, ਇਸ ਸਕਿੱਲ ਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ ਇਹਨਾਂ ਓਪਰਚੁਨਿਟੀਜ਼ ਨੂੰ ਪ੍ਰੋਵਾਈਡ ਕਰਕੇ। Okay, ma'am. Thank you very much. So next question for Dr. Shalu again. So I am not disturbing Dr. Meena Thakur right now, so because we'll take up questions from her later. So next question for Dr. Shalu is, Yes, sir. what should be the teaching method for a class? Okay, so one question I missed. What method should teachers use for students, strict or easygoing? Sir, see, according to the principles of teaching, a teacher should move from easy to complex or from easy to difficult। ਜੋ ਟੀਚਿੰਗ ਦੇ ਪ੍ਰਿੰਸੀਪਲਸ ਹੈ ਉਹ ਤਾਂ ਇਹੀ ਕਹਿੰਦੇ ਆ, ਪਹਿਲਾਂ ਈਜ਼ੀ ਤੋਂ ਸ਼ੁਰੂ ਹੋ ਕੇ ਫਿਰ ਡਿਫਿਕਲਟ ਵੱਲ ਜਾਓ। ਪਰ ਹੁਣ ਜਿਵੇਂ ਕੱਲ ਵੀ ਅਸੀਂ ਗੱਲ ਕਰ ਰਹੇ ਸੀ, ਸਾਡੇ ਕੋਲ ਮਲਟੀਪਲ ਸਟੂਡੈਂਟਸ ਨੇ, ਮਲਟੀਪਲ ਅਬਿਲਿਟੀਜ਼ ਵਾਲੇ ਬੱਚੇ ਨੇ ਕਲਾਸ ਦੇ ਵਿੱਚ, ਰਾਈਟ। ਹੁਣ ਹੋ ਸਕਦਾ ਹੈ ਟੀਚਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਮੇ ਬੀ ਲਾਸਟ ਈਅਰ ਦੇ ਜੋ ਸਕੋਰ ਹੈ ਉਸ ਤੋਂ ਵੀ ਪਤਾ ਲੱਗ ਗਿਆ ਕਿ ਆਈਕਿਊ ਕਿਸ ਲੈਵਲ ਦਾ ਮੇਰੇ ਕਲਾਸ ਦੇ ਵਿੱਚ ਬੱਚਿਆਂ ਦਾ ਨਾ, ਔਰ ਮੇਰੀ ਕਲਾਸ ਦੇ ਵਿੱਚ ਐਵਰੇਜ ਬੱਚੇ ਨੇ, ਗਿਫਟਡ ਨੇ ਜਾਂ ਬਿਲੋ ਐਵਰੇਜ ਨੇ। ਇਸ ਸਬ ਲੈਵਲ ਨੂੰ ਦੇਖਣਾ ਪਏਗਾ ਸਾਨੂੰ ਕਿ ਕਲਾਸ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਨੇ, ਉਹਦੇ ਅਕੋਰਡਿੰਗ ਹੀ ਸਾਨੂੰ ਫਿਰ ਆਪਣਾ ਲੈਸਨ ਪਲਾਨ ਤਿਆਰ ਕਰਨਾ ਪਏਗਾ, ਰਾਈਟ। ਅਗਰ ਤੁਸੀਂ ਬਿਲਕੁਲ ਹੀ ਈਜ਼ੀ ਮਤਲਬ ਕਨਸੈਪਟਸ ਲੈ ਲਿਆ ਬਹੁਤ, ਔਰ ਤੁਸੀਂ ਡੀਪ ਨਹੀਂ ਗਏ, ਔਰ ਫਿਰ ਜੋ ਬੱਚੇ ਗਿਫਟਡ ਨੇ ਉਹ ਸਫਰ ਕਰਨਗੇ। ਬੱਚੇ ਦਾ ਕੰਪੀਟੀਸ਼ਨ ਦਾ ਲੈਵਲ ਹੈ, ਬੱਚੇ ਨੇ IIT ਜਾਂ ਮੈਡੀਕਲ ਕ੍ਰੈਕ ਕਰਨਾ ਹੈ, ਪਰ ਤੁਸੀਂ ਉਸ ਲੈਵਲ ਦਾ ਪੜ੍ਹਾਈ ਨਹੀਂ ਰਹੇ ਕਲਾਸ ਦੇ ਵਿੱਚ, ਤਾਂ ਉਹਦੇ ਲਈ ਤਾਂ ਫਿਰ ਇਨਜਸਟਿਸ ਹੋ ਗਿਆ ਨਾ। ਤਾਂ ਇਸ ਲਈ ਸਾਨੂੰ ਈਜ਼ੀ ਵੀ ਲੈਣੇ ਪੈਣਗੇ ਕਨਸੈਪਟਸ, ਐਂਡ ਯੂ ਹੈਵ ਟੂ ਸੀ ਕਿ ਤੁਹਾਡਾ ਕਲਾਸ ਦਾ ਜੋ ਮੈਂਟਲ ਲੈਵਲ ਹੈ ਬੱਚਿਆਂ ਦਾ ਕਿਵੇਂ ਦਾ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਦੇ ਅਕੋਰਡਿੰਗ ਹੀ ਪਲਾਨ ਕਰਨਾ ਪਏਗਾ ਲੈਸਨ। ਔਰ ਜਦੋਂ ਅਸਾਈਨਮੈਂਟਸ ਦੇਣੀਆਂ ਨੇ ਤੁਸੀਂ ਬੱਚਿਆਂ ਨੂੰ, ਤਾਂ ਤੁਹਾਨੂੰ ਉਹਦੇ ਵਿੱਚ ਚੈੱਕ ਕਰਨਾ ਪਏਗਾ ਕਿ ਅਸਾਈਨਮੈਂਟਸ ਵੀ ਡਿਫਰੈਂਟ ਹੋਣ। ਸੇਮ ਅਸਾਈਨਮੈਂਟ ਅਸੀਂ ਪੂਰੀ ਕਲਾਸ ਨੂੰ ਡਿਸਟ੍ਰੀਬਿਊਟ ਨਹੀਂ ਕਰ ਸਕਦੇ। ਇਸ Okay, ਕਰਕੇ thank you, ma'am. Okay, thank you. So thank you, Dr. sir. Meena Thakur, if you are prepared, can we ask you the question now? Yes, sir. Okay. So first question for you is, how to avoid burnout among teachers? ओके जैसे कि अभी हमने डिस्कस किया था, बर्नआउट एक ऐसा इमोशनल स्टेट है जिसमें कि टीचर अपने आप को
ड्रेन्ड फील करता है, जिसमें टीचर अपने आप को ये फील करता है कि आई एम नॉट सुटेबल फॉर दिस जॉब, अपनी वर्क प्लेस में, सोशल लाइफ में अपने आप को ऐसा फील करता है, लो फील कर रहा है ना, एनर्जी लेवल भी लो फील हो रहा है उसका। तो इन चीजों को वो किस तरीके से अवॉइड कर सकता है, जो बर्नआउट है उनको किस तरीके से वो ठीक कर सकता है, कि क्या क्या तरीके हैं टीचर्स को ये बर्नआउट से बाहर निकलने के लिए? एक तो सबसे पहले कि टीचर को जो भी पर्पस है ना, उस पर्पस को ही ध्यान में रखकर काम करना चाहिए। अगर उसका पर्पस टीचिंग का है, अगर उसका पर्पस बच्चों को गेम्स में इनकलकेट करने का है, अगर उसका पर्पस म्यूजिक के साथ है, तो मतलब अपने पर्पस को वो हमेशा ध्यान में रख के अपनी टीचिंग को क्या करे, वो तैयार करे। दूसरा, उसको और सोशेबल होना चाहिए, मतलब जो उसकी प्रॉब्लम्स हैं वो उसको अपने फेलो फ्रेंड्स के साथ क्या करनी चाहिए, डिस्कस करनी चाहिए, अपने एडमिनिस्ट्रेटर्स के साथ डिस्कस करनी चाहिए, और उसको एक्सरसाइज करनी चाहिए डेली, है ना, जिससे उसकी मेंटल स्ट्रेंथ भी क्या हो, इंक्रीज हो। क्योंकि स्ट्रेस तो आजकल की लाइफ में, लाइफ इज इक्वल टू स्ट्रेस, है ना, स्ट्रेस हमें हर जगह ही मिलेगा। अब उस जो स्ट्रेस कोपिंग स्ट्रेटजीज हैं उनको उसको अपनाना चाहिए, मेडिटेशन, योगा, जो उसका पर्पस है लाइफ का वो बार बार ध्यान में रखना चाहिए उसको। हमें नेगेटिव लोगों से थोड़ा दूर रहना चाहिए, हमें ज्यादा सोशल होने की जरूरत है। तो ये कुछ तरीके हैं जिससे हम बर्नआउट से बाहर आ सकते हैं। Okay, thank you, ma'am. So next question for Dr. Manjinder. How should we convey student to improve their body posture, strict or talking with them? Okay. What I believe as a teacher educator is that कि सानू उदों तक स्ट्रिक्ट नहीं होना चाहिए जब तक बच्चा बार बार प्यार नाल बोले तो साडी गल ना समझे। सो फर्स्ट अप्रोच शुड ऑलवेज बी ईजी गोइंग, लाइक टॉकिंग नॉर्मली टू अ चाइल्ड जो सही पोस्चर च नहीं बैठ रहा या डिसरिस्पेक्टफुल है या वॉटएवर, तो उन्होंने प्यार नाल पहला तो समझाया जाना चाहिए है। जे बार बार कॉन्शियसली वो बच्चा तंग करन दे मोटिव नाल टीचर नू कई बारी जानबूझ के करते हैं कि जिस चीज तो टीचर टोक रहा है या जिस चीज तो समझा रहा है, कई बच्चे ऐसे होंगे ने न्यूसेंस क्रिएट करने वाले, then only we should be a bit strict, but otherwise I think normally communicating this to a student will do the needful. Thank you. I hope this satisfies the answer. Yeah, ma'am. Thank you. So, a question for Dr. Shalu. What should be the teaching method for a class as every student have different grasping ability? सर जिवें ਇਹ ਲਾਸਟ ਕੁਐਸਚਨ ਜੋ ਤੁਸੀਂ ਮੈਨੂੰ ਪੁੱਛਿਆ ਸੀ ਹੁਣੇ, ਇਹ ਤਾਂ ਸਿਮਿਲਰ ਆਨਸਰ ਹੀ ਹੈ ਸਰ ਇਹਦਾ ਕਿ ਦੇਖੋ ਜਿਵੇਂ ਮਲਟੀਪਲ ਐਬਿਲਿਟੀਜ਼ ਦੇ ਬੱਚੇ ਬੈਠੇ ਨੇ ਕਲਾਸ ਦੇ ਵਿੱਚ, ਰਾਈਟ, ਔਰ ਟੀਚਰ ਨੂੰ ਤਾਂ ਸਕ੍ਰੈਚ ਤੋਂ ਹੀ ਸ਼ੁਰੂ ਕਰਨਾ ਪਏਗਾ ਨਾ ਟੌਪਿਕ, ਔਰ ਮੈਨੂੰ ਇਹ ਨਹੀਂ ਪਤਾ ਕਿ ਕੋਈ ਬੱਚਾ ਕਿਸ ਤਰ੍ਹਾਂ ਗ੍ਰੈਸਪ ਕਰ ਰਿਹਾ ਹੈ, ਔਰ ਟੀਚਰ ਨੂੰ ਤਾਂ ਟੌਪਿਕ ਨੂੰ ਸਟਾਰਟ ਤੋਂ ਹੀ ਸ਼ੁਰੂ ਕਰਨਾ ਪਏਗਾ। अगर कल जिस गल कर रहे सी रिलेट टू द प्रीवियस नॉलेज, कोई भी टॉपिक तुसी करवा रहे हो वो चेक करो कि लोअर क्लासेस दे विच वो टॉपिक पढ़िया बच्चे ने, लाइक ग्रेविटेशन दे सी गल करते हैं, अगर बच्चे ने ये ग्रेविटी दी कॉन्सेप्ट पढ़ी है पहली वाली क्लासेस दे विच, आगे चलो। सो पीके टेस्टिंग, प्रीवियस नॉलेज टेस्टिंग बहुत ही इंपॉर्टेंट एस्पेक्ट है किसी भी लैसन प्लानिंग का, और उसको दिमाग विच रख के ही लैसन बनाया जाए, ऑब्जेक्टिव्स लिखे जान। अगर बच्चे आंसर नहीं दे पा रहे तो फिर थोड़ा जब प्लान नू उस टाइम ही टीचर अपने मन दे भी सोचेगा। टीचर नू देखो रिसोर्सफुल तो होना ही पड़ेगा, जिवें अजमीना मैम ने भी गल की है कि तुसी ये नहीं कह सकते कि जो प्लान मैं बना के गई सी या बना के गया सी ਉਹੀ पूरा चलेगा क्लास ਦੇ ਵਿੱਚ। ਬੱਚੇ ਨੂੰ ਤਾਂ ਬੇਸਿਕ ਵੀ ਨਹੀਂ ਕਲੀਅਰ, ਤਾਂ ਫਿਰ ਸਾਨੂੰ ਤੇ ਬੇਸਿਕ ਕਨਸੈਪਟਸ ਬਾਰੇ ਵੀ ਦੱਸਣਾ ਪਏਗਾ, ਰਾਈਟ। ਸੋ ਇਹ ਟੀਚਰ ਨੂੰ ਪੀਕੇ ਟੈਸਟਿੰਗ ਤੋਂ ਸਟਾਰਟ ਦੇ ਵਿੱਚ ਹੀ ਪਤਾ ਲੱਗ ਜਾਏਗਾ, ਜਦੋਂ ਲੈਸਨ ਸ਼ੁਰੂ ਕਰਨਾ ਹੈ ਪੜਾਣਾ ਉਤੋਂ ਹੀ ਕਲੀਅਰ ਹੋ ਜਾਏਗਾ ਕਿ ਬੱਚੇ ਦੀ ਗ੍ਰੈਸਪਿੰਗ ਪਾਵਰ ਕੀ ਹੈ ਕਲਾਸ ਦੇ ਵਿੱਚ, कि ये मेरा जो मैं लेके आई है प्लान उन्हें फॉलो करेंगे या नहीं करेंगे। सो पीके टेस्टिंग इज एन इंपॉर्टेंट एस्पेक्ट इन इट। Okay, ma'am. Thank you. Next question for Dr. Manjinder is: should personality development be practiced on one-to-one basis or as a group exercise? Okay, sir. In this, I would like to say कि it depends. क्योंकि हर एक इंडिविजुअल दे जिवें कल ही गल की कि दे हैव डिफरेंट पर्सनैलिटीज, राइट। हर एक इंडिविजुअल च डिफरेंट ट्रेट्स होंदे हैं, डिफरेंट क्वालिटीज होंदियां ने, डिफरेंट काइंड्स ऑफ बिहेवियर। सो फर्स्ट ऑफ ऑल एक तो यह है कि इंडिविजुअली सानू साडे बच्चों का पता होना चाहिए है,
ਨਾਰਮਲੀ ਪਤਾ ਹੁੰਦਾ ਹੈ ਜਦੋਂ ਅਸੀਂ ਕਲਾਸ ਨੂੰ ਰੈਗੂਲਰ ਬੇਸਿਸ ਤੇ ਪੜ੍ਹਾ ਰਹੇ ਹੁੰਦੇ ਆ। ਸੋ ਜੇ ਕਿਸੇ ਇੰਡੀਵਿਜੂਅਲ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਇਸ ਬੱਚੇ 'ਚ ਇਹ ਚੀਜ਼ ਇੰਪਰੂਵ ਕਰਨ ਦੀ ਲੋੜ ਹੈ, ਤਾਂ ਉਦੋਂ ਤਾਂ 1-to-1 ਅਪਰੋਚ ਜਿਹੜੀ ਹੈ ਅਸੀਂ ਕਹਿ ਸਕਦੇ ਹਾਂ ਕਿ ਇਟਸ ਅ ਬੈਟਰ ਆਪਸ਼ਨ। ਕਿਸੇ ਬੱਚੇ ਕੋਈ ਬੱਚਾ ਬਹੁਤ ਇੰਟੈਲੀਜੈਂਟ ਹੈ, ਸਭ ਕੁਝ ਅੱਛਾ ਹੈ, ਬਟ ਉਹਦੀ ਕਮਿਊਨੀਕੇਸ਼ਨ ਸਕਿੱਲਸ ਦੀ ਪ੍ਰੋਬਲਮ ਹੈ, ਤਾਂ ਅਸੀਂ ਉਹਨੂੰ ਇੰਡੀਵਿਜੂਅਲੀ ਗਾਈਡ ਕਰ ਸਕਦੇ ਹਾਂ, ਰਾਈਟ। ਬਟ ਕਈ ਚੀਜ਼ਾਂ ਹੈ ਜਿਹੜੀਆਂ ਬੱਚੇ ਗਰੁੱਪ ਦੇ ਵਿੱਚ ਬੈਟਰ ਪ੍ਰੈਕਟਾਈਜ਼ ਕਰ ਸਕਦੇ ਨੇ। ਜਿਵੇਂ ਕੱਲ ਮੈਂ ਆਪਣੇ ਪੁਆਇੰਟਸ ਦੇ ਵਿੱਚ ਵੀ ਇਹ ਚੀਜ਼ ਇਨਕਲੂਡ ਕੀਤੀ ਸੀਗੀ ਕਿ ਤੁਹਾਡੀ ਨੌਲੇਜ, ਤੁਹਾਡੇ ਐਕਸਪੀਰੀਅੰਸਿਸ ਐਨਹਾਂਸ ਹੁੰਦੇ ਆ ਵੈਨ ਵੀ ਮੀਟ ਡਿਫਰੈਂਟ ਪੀਪਲ। ਸੋ ਉੱਥੇ ਮੈਂ ਕਹੂੰਗੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਪਰਸਨੈਲਿਟੀ ਦੇ ਐਸਪੈਕਟਸ ਜਿਹੜੇ ਨੇ ਉਹ ਗਰੁੱਪ ਦੇ ਵਿੱਚ ਰਹਿ ਕੇ ਡਿਵੈਲਪ ਹੁੰਦੇ ਆ। ਬਟ ਜਦੋਂ ਅਸੀਂ ਆਪਣੇ ਇੰਡੀਵਿਜੂਅਲ ਲੈਵਲ ਦੀ ਕੁਝ ਟ੍ਰੇਟਸ ਦੀ ਗੱਲ ਕਰਦੇ ਹਾਂ, ਜਿਵੇਂ ਆਪਣੀ ਕਮਿਊਨੀਕੇਸ਼ਨ ਆ ਗਈ, ਜਾਂ ਸਾਡੀ ਡਿਸੀਜਨ ਮੇਕਿੰਗ ਆ ਗਈ, ਜਾਂ ਅਸੀਂ ਆਪਣਾ ਟਾਈਮ ਮੈਨੇਜ ਕਰਨਾ ਹੈ, ਜਾਂ ਅਸੀਂ ਟੈਂਪਰਾਮੈਂਟ ਨੂੰ ਕੁਝ ਕੰਟਰੋਲ ਕਰਨਾ ਹੈ, ਉੱਥੇ ਫਿਰ ਜਿਹੜੀ ਹੈ ਇਹ ਇੰਡੀਵਿਜੂਅਲ ਅਪਰੋਚ ਚੱਲੇਗੀ। ਸੋ ਦਿਸ ਟੀਚਰ ਵਿਲ ਹੈਵ ਟੂ ਡਿਸਾਈਡ ਕਿ ਮੈਂ ਕਲੈਕਟਿਵ ਗਰੁੱਪ ਨੂੰ ਲੈ ਕੇ ਚੱਲ ਰਿਹਾ ਹਾਂ, ਸਾਰੇ ਹੀ ਗਰੁੱਪ ਨੂੰ ਜੇ ਮੈਂ ਕੋਈ ਇੱਕ ਐਸਪੈਕਟ ਡਿਵੈਲਪ ਕਰਨਾ ਹੈ ਤਾਂ ਕੋਈ ਗਰੁੱਪ ਦੇ ਵਿੱਚ ਵੀ ਉਹ ਚੀਜ਼ ਕੀਤੀ ਜਾ ਸਕਦੀ ਹੈ, ਬਟ 1-to-1 depending upon the different types of personalities in the class that will be taken. Thank you, ma'am. Dr. Shalu Jindal, question for you. Yes, sir. How should we improve the emotional quotient of the students? Right. ਸਰ ਇਮੋਸ਼ਨਲ ਕੋਸ਼ੈਂਟ ਜਾਂ ਇਮੋਸ਼ਨਲ ਇੰਟੈਲੀਜੈਂਸ ਨੂੰ ਇੰਪਰੂਵ ਕਰਨ ਤੋਂ ਪਹਿਲਾਂ ਟੀਚਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਸ ਇਮੋਸ਼ਨ ਬਾਰੇ ਗੱਲ ਕਰ ਰਹੀ ਹਾਂ। ਬੱਚਿਆਂ ਦੇ ਬਿਹੇਵੀਅਰ ਨੂੰ ਜੱਜ ਕਰਨਾ ਪਏਗਾ ਕਲਾਸ ਦੇ ਵਿੱਚ ਕਿ ਕਿਸ ਇਮੋਸ਼ਨ ਨੂੰ ਇੰਪਰੂਵ ਕਰਨ ਦੀ ਲੋੜ ਹੈ। ਦੇਖੋ, ਇਮੋਸ਼ਨਲ ਇੰਟੈਲੀਜੈਂਸ ਕੋਈ ਇੱਕ ਟਰਮ ਨਹੀਂ ਹੈ, ਇਹ ਬਹੁਤ ਕੰਪੋਨੈਂਟਸ ਹੈ ਇਹਦੇ। ਕੱਲ ਅਸੀਂ ਡਿਸਕਸ ਕਰ ਰਹੇ ਸੀ। ਹੁਣ ਤੁਹਾਨੂੰ ਦੇਖਣਾ ਪਏਗਾ ਕਿ ਕਿਹੜਾ ਕੰਪੋਨੈਂਟ ਹੈ, ਕਿਸ ਕੰਪੋਨੈਂਟ ਨੂੰ ਲੈ ਕੇ ਮੈਂ ਦੇਖਣਾ ਹੈ ਬੱਚਿਆਂ ਦੇ ਵਿੱਚ ਇਹਨੂੰ ਇੰਪਰੂਵਮੈਂਟ ਚਾਹੀਦੀ ਹੈ। ਫੋਰ ਐਗਜ਼ਾਮਪਲ ਐਂਗਰ ਹੈ, ਕੋਈ ਬੱਚਾ ਹੈ ਕਿ ਉਹਨੂੰ ਗੁੱਸਾ ਜਲਦੀ ਆਉਂਦਾ ਹੈ, ਫਿਰ ਉਹਦੇ ਲਈ ਅਲੱਗ-ਅਲੱਗ ਟੈਕਨੀਕਸ ਨੇ। ਸਿੰਪਲ ਜੀ ਗੱਲ ਹੈ, ਅਗਰ ਬੱਚਾ ਬਹੁਤ ਗੁੱਸਾ ਆਉਂਦਾ ਹੈ, ਪਹਿਲਾਂ ਪਤਾ ਕਰਨਾ ਪਏਗਾ ਕਿ ਉਹ ਰੀਜ਼ਨਸ ਕੀ ਨੇ, ਜਾਂ ਬੱਚੇ ਨੂੰ ਹੀ ਕਹੋ ਕਿ ਬੇਟਾ ਤੁਸੀਂ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤੁਹਾਨੂੰ ਕੀ ਫੀਲ ਹੁੰਦਾ ਹੈ, ਤੁਸੀਂ ਇੱਕ ਪੇਪਰ ਲਓ, ਪੈਨ ਲਓ, ਲਿਖੋ ਸਭ ਕੁਝ, ਰੀਜ਼ਨਸ ਲਿਖੋ, ਕਿਸ ਸਿਚੁਏਸ਼ਨ ਦੇ ਵਿੱਚ ਆਉਂਦਾ ਹੈ, ਕਿਹੜੇ ਲੋਕਾਂ ਦੇ ਨਾਲ ਆਉਂਦਾ ਹੈ, ਕਿਹੜੇ ਹੋਰ ਆਪਣੇ ਜੋ ਤੁਹਾਡੇ ਕਲਾਸ ਫੈਲੋਜ਼ ਹੈ ਉਹਨਾਂ ਦੇ ਨਾਲ ਆਉਂਦਾ ਹੈ, ਤੁਹਾਨੂੰ ਕਿਉਂ ਆਉਂਦਾ ਹੈ। ਮਤਲਬ ਸਾਨੂੰ ਇਹ ਇਮੋਸ਼ਨਸ ਪਹਿਲਾਂ ਦੇਖਣੇ ਪੈਣਗੇ, ਕਿਹੜੇ ਇਮੋਸ਼ਨ ਨੂੰ ਇੰਪਰੂਵ ਕਰਨ ਦੀ ਲੋੜ ਹੈ। ਸੈਲਫ ਕੰਟਰੋਲ ਹੈ, ਸੈਲਫ ਅਵੇਅਰਨੈਸ ਹੈ, ਐਡਜਸਟਮੈਂਟਸ ਹੈ। ਪਹਿਲਾਂ ਟੀਚਰ ਨੂੰ ਖੁਦ ਹੀ ਜੱਜ ਕਰਨਾ ਪਏਗਾ ਕਿਹੜੇ ਇਮੋਸ਼ਨ ਦੀ ਲੋੜ ਹੈ, ਉਹਦੇ ਅਕੋਰਡਿੰਗ ਫਿਰ ਉਸ ਤਰ੍ਹਾਂ ਰੋਲ ਪਲੇ ਜਾਂ ਕੋਈ ਔਨ ਦਾ ਸਪੌਟ ਕੋਈ ਐਕਟੀਵਿਟੀ ਥਰੂ, ਜਾਂ ਜਿਵੇਂ ਬੱਚੇ ਪਲੇਗਰਾਊਂਡ ਦੇ ਵਿੱਚ ਹੈ ਉੱਥੇ ਦੇਖੇਗਾ ਕਿ ਇੱਕ ਬੱਚਾ ਹੈ ਉਹ ਬਾਕੀਆਂ ਨਾਲ ਐਡਜਸਟ ਕਿਉਂ ਨਹੀਂ ਕਰ ਪਾ ਰਿਹਾ, ਗਰੁੱਪ ਦੇ ਵਿੱਚ ਕਿਉਂ ਨਹੀਂ ਖੇਲ ਰਿਹਾ, ਜਾਂ ਕੋਈ ਬੱਚਾ ਗਰੁੱਪ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਿਹਾ। ਅੱਜ ਆਈ ਥਿੰਕ ਮੀਨਾ ਮੈਮ ਨੇ ਕਾਫੀ ਅੱਛੇ ਐਗਜ਼ਾਮਪਲਸ ਦਿੱਤੀਆਂ ਸੀਗੀਆਂ, ਔਰ ਇਹ ਡਾਊਟ ਅਗਰ ਕੱਲ ਆਇਆ ਤਾਂ ਅੱਜ ਕਲੀਅਰ ਹੋ ਗਿਆ ਹੋਏਗਾ ਪਾਰਟਿਸਿਪੈਂਟਸ ਦਾ। Thank you, ma'am. Dr. Meena Thakur, the question for you now. ਤੁਹਾਡੇ ਵਾਸਤੇ question ਹੈ, how should teacher manage conflict amongst peer teachers? Okay. कन्फ्लिक्ट एक ऐसा टर्म है जो आजकल हम बड़ा कॉमनली देखते हैं कि हमारे कन्फ्लिक्ट्स आ रहे हैं, बच्चों को अपने पेरेंट्स के साथ कन्फ्लिक्ट्स आ रहे हैं ना, टीचर्स को अपने बच्चों के साथ आ रहे हैं। लेकिन कन्फ्लिक्ट का जो एक है कि अब कई बार ऐसा होता है कि आप एक सोशल ग्रुप में, एक सोशल डायनेमिक्स जिसे हम कहते हैं कि जहाँ पे आप काम कर रहे हो, वहां पे भी कई बार इंडिविजुअल कन्फ्लिक्ट्स आ जाते हैं दो टीचर्स के बीच में। अब वो दो फेलो टीचर्स के जो कन्फ्लिक्ट्स हैं वो किस तरीके से रिजॉल्व हो सकते हैं। कई बार तो होता है कि कन्फ्लिक्ट का जो लेवल है, सिवियरिटी है, वो बहुत थोड़ी सी है ना, नॉर्मल लेवल पे है कि उसको तो हम बैठ के दो टीचर्स जिनके बीच में कन्फ्लिक्ट है वो रिजॉल्व कर लेते हैं। लेकिन कई बार ये कन्फ्लिक्ट का जो लेवल है वो बहुत ज्यादा आगे बढ़ जाता है। अब उस समय पे क्या होता है कि जो ऐसी सिचुएशन है, इस सिचुएशन में हमें अपने साथी जो और फ्रेंड्स हैं और जो टीचर्स हैं, उनकी जो सीनियर टीचर्स हैं ना, जो एक्सपीरियंस्ड हैं, जो इन फेसेस से निकल चुके हैं, उनके साथ डिस्कस करनी चाहिए प्रॉब्लम कि ये वाली कन्फ्लिक्ट वाली सिचुएशन पैदा हो रही है, इसको मैं कैसे रिजॉल्व करूं अपने दूसरे फेलो फ्रेंड के साथ जो मेरी प्रॉब्लम आ रही है। अगर नहीं सोल्यूशन निकल रहा तो आप उसको अपने अथॉरिटीज के साथ बात करनी चाहिए कि अब हमें ये कन्फ्लिक्टिंग सिचुएशन आ तो गई है लेकिन हमें रिजॉल्व करना है ना, क्योंकि हमारे अंदर भी जो इमोशनल इंटेलिजेंस है वो भी कंट्रीब्यूट करती है कन्फ्लिक्ट को रिजॉल्व करने के लिए। कई बार होता है कि एक इंडिविजुअल बहुत रिजिड है, वो नहीं कॉम्प्रोमाइज करना चाहता, वो चाहता है कि मेरा तो पहला पीरियड ही हो, है ना, मैंने पहला पीरियड नहीं लेना। कई बार ऐसा भी हो जाता है टीचर को, है ना, तो दूसरे टीचर को भी उसके इमोशंस को थोड़ा समझ लेना चाहिए कि हो सकता है इसकी सिचुएशन घर में कुछ तरीके से हो
कि ये फर्स्ट पीरियड नहीं लेना चाहती हो, कि बहुत दूर लंबे सफर से आ रही है ये स्कूल में, है ना, फर्स्ट पीरियड इसके लिए एग्जॉस्टिंग हो रहा है, तो चलो उतना कर लेवल पे कन्फ्लिक्ट्स को रिजॉल्व भी कर लेना चाहिए। अगर नहीं रिजॉल्व हो रहे हो कन्फ्लिक्ट, तो हमें अपने सीनियर एडमिनिस्ट्रेटर्स, प्रिंसिपल से बात करनी चाहिए, हमें सोल्यूशन फाइंड करना चाहिए, है ना। हमें सबसे पहले तो मतलब कन्फ्लिक्ट वाली जो सिचुएशन है ना, उसको अवॉइड करना चाहिए, हम लोगों को अवॉइड करेंगे। अगर अवॉइड नहीं हो रही है तो हमें रिजॉल्व करने की तरफ ज्यादा बढ़ना चाहिए, मतलब प्रॉब्लम सॉल्व होनी चाहिए, इंस्पाइट की वो कन्फ्लिक्ट बढ़कर हमारे बच्चों तक वो पहुंच जाए। जो हमारे स्टूडेंट्स हैं वो अपने टीचर को, रोल मॉडल को अगर इस सिचुएशन में देखते हैं, कंफ्लिक्टिंग सिचुएशन में देखते हैं, तो उनको अच्छा नहीं लगता कि दो टीचर्स आपस में मतलब कोई भी उनकी ईगो क्लैशेस हो रहे हैं, वो धीरे धीरे बच्चों में भी ट्रांसफर होती है। तो एज अ टीचर हमें इन चीजों को अवॉइड करना चाहिए कि ऐसी सिचुएशंस क्रिएट ही ना हो। अगर हो भी रही हैं किसी के कारण से, तो हमें अपनी इमोशनल इंटेलिजेंस को आगे रखकर, है ना, अपना बड़प्पन दिखाकर कई बारी, या अपने से छोटे को मतलब उसको उस प्यार से उसको डील कर लेना चाहिए एज अ टीचर। Thank you, ma'am. Thank you very much. So next is for Dr. Shalu Jindal. How should we motivate student to be more creative? First of all, a teacher should be an example. ਅਗਰ ਅਸੀਂ ਕ੍ਰੀਏਟੀਵਿਟੀ ਦੀ ਗੱਲ ਕਰਦੇ ਹਾਂ ਕਲਾਸ ਦੇ ਵਿੱਚ, ਕਿਸੇ ਵੀ ਸਬਜੈਕਟ ਨੂੰ ਲੈ ਕੇ, ਅਗਰ ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਕ੍ਰੀਏਟਿਵ ਹੋਣ, ਕੀ ਟੀਚਰ ਖੁਦ ਕ੍ਰੀਏਟਿਵ ਹੈ? ਉਹ ਆਈਡੀਆਜ਼ ਤਾਂ ਹੀ ਦੇ ਸਕਦਾ ਹੈ ਅਗਰ ਟੀਚਰ ਖੁਦ ਕ੍ਰੀਏਟਿਵ ਹੈ। ਅਗਰ ਟੀਚਰ ਨਹੀਂ ਵੀ ਕ੍ਰੀਏਟਿਵ ਹੈ ਤਾਂ ਉਹ ਸਿੱਖ ਸਕਦਾ ਨਾ, ਘਰ ਦੇ ਵਿੱਚ ਥੋੜੀ ਜਿਹੀ ਐਕਸਰਸਾਈਜ਼ ਕਰ ਸਕਦਾ ਬਿਫੋਰ ਗੋਇੰਗ ਟੂ ਸਕੂਲ ਔਰ ਕਾਲਜ, ਘੰਟੇ ਤੱਕ ਬੈਠ ਕੇ। ਅੱਜ ਕੱਲ ਤਾਂ ਬਹੁਤ ਫੈਸਿਲਿਟੀਜ਼ ਨੇ, ਪਹਿਲਾਂ ਖੁਦ ਸਿੱਖੋ ਔਰ ਫਿਰ ਤੁਸੀਂ ਐਕਸਪੈਕਟ ਕਰ ਸਕਦੇ ਹੋ ਬੱਚਿਆਂ ਤੋਂ ਕਿ ਬੱਚਾ ਕੁਝ ਨਵਾਂ ਕਰਨ। ਹਾਂ, ਅਗਰ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੀ ਕਰ ਸਕਦੇ ਹਾਂ ਮੋਟੀਵੇਟ ਕਰਨ ਲਈ ਬੱਚਿਆਂ ਨੂੰ, ਸਭ ਤੋਂ ਪਹਿਲਾਂ ਤਾਂ ਜੋ ਮੈਨੂੰ ਲੱਗਦਾ ਕਿ ਕਲਾਸਰੂਮ ਦੇ ਵਿੱਚ ਨਾ ਕੁਝ ਜੋ ਇਨੋਵੇਸ਼ਨਸ ਨੇ ਜਾਂ ਕ੍ਰੀਏਸ਼ਨਸ ਨੇ, ਉਹਨਾਂ ਦੇ ਇੱਕ ਚਾਰਟਸ ਵਗੈਰਾ ਜਾਂ ਪਿਕਚਰਸ ਵਗੈਰਾ ਕਲਾਸਰੂਮ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਉਹ ਬੱਚਿਆਂ ਲਈ ਇੱਕ ਕੰਟੀਨਿਊਸ ਸੋਰਸ ਹੈ ਇੰਸਪੀਰੇਸ਼ਨ ਦਾ, ਕਿ ਇਹਨਾਂ ਨੇ ਵੀ ਕੀਤੇ ਤਾਂ ਮੈਂ ਵੀ ਕਰ ਸਕਦਾ। ਬਹੁਤ ਸਾਡੇ ਕੋਲ ਐਗਜ਼ਾਮਪਲਸ ਨੇ ਸਾਇੰਟਿਸਟ ਦੀਆਂ, ਇੰਨੇ ਵੱਡੇ ਵੱਡੇ ਇਨੋਵੇਟਰਸ ਨੇ ਜਿਨ੍ਹਾਂ ਕੋਲ ਕੋਈ ਜ਼ਿਆਦਾ ਫਾਈਨੈਂਸ ਨਹੀਂ ਸੀ, ਜ਼ਿਆਦਾ ਪੈਸੇ ਨਹੀਂ ਸੀ, ਫਿਰ ਵੀ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਇਨੋਵੇਸ਼ਨਸ ਕੀਤੀਆਂ ਨੇ। ਉਹ ਐਗਜ਼ਾਮਪਲਸ ਨੂੰ ਕਲਾਸਰੂਮ ਦੇ ਵਿੱਚ ਪੇਸਟ ਕਰੋ, ਉਹਨਾਂ ਦੇ ਪੋਸਟਰਸ, ਪਿਕਚਰਸ, ਉਹ ਬੱਚੇ ਬਹੁਤ ਖੁਸ਼ ਹੋ ਕੇ ਉਹਨਾਂ ਤੋਂ ਸਿੱਖਣਗੇ। ਬੱਚਿਆਂ ਦਾ ਮਾਈਂਡ ਕਲੀਨ ਸਲੇਟ ਹੁੰਦਾ, ਜੋ ਦੇਖਣਗੇ, ਜੋ ਸੋਚ ਰਹੇ ਨੇ ਉਹੀ ਉਹ ਸੋਚਣਗੇ, ਜੋ ਟੀਚਰਸ ਉਹਨਾਂ ਨੂੰ ਦੱਸ ਰਿਹਾ। ਤਾਂ ਇਹ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਬੱਚੇ ਨੂੰ ਜੋ ਅਸਾਈਨਮੈਂਟਸ ਦੇ ਰਹੇ ਹਾਂ ਕਿ ਅਸੀਂ ਇੱਕ ਰੈਗੂਲਰ ਅਸਾਈਨਮੈਂਟਸ ਹੀ ਦੇ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਦਾ ਸਿਰਫ ਨੌਲੇਜ ਡੋਮੇਨ ਚੈੱਕ ਕਰ ਰਹੇ ਹਾਂ ਅਸੀਂ, ਜਾਂ ਅਸੀਂ ਕੋਈ ਕ੍ਰੀਏਟੀਵਿਟੀ ਲਈ ਵੀ ਕੋਈ ਆਸਪੈਕਟ ਰੱਖਿਆ ਹੋਇਆ ਅਸਾਈਨਮੈਂਟਸ ਦੇ ਵਿੱਚ। ਇਹ ਸੈਕਿੰਡ ਹੈ ਸਰ ਜੋ ਅਸੀਂ ਕਰ ਸਕਦੇ ਹਾਂ ਇਹਦੇ ਵਿੱਚ, ਕਿ ਬੱਚਿਆਂ ਦੀ ਕ੍ਰੀਏਟੀਵਿਟੀ ਚੈੱਕ ਕਰਨ ਲਈ ਅਸੀਂ ਉਹਨਾਂ ਨੂੰ ਅਸਾਈਨਮੈਂਟਸ ਵੀ ਉਸ ਤਰ੍ਹਾਂ ਦੀਆਂ ਹੀ ਦਈਏ। ਔਰ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਇਹਦੇ ਵਿੱਚ ਟੀਚਰ ਖੁਦ ਵੀ ਇੱਕ ਰੋਲ ਮਾਡਲ ਪਲੇ ਕਰੇ, ਕਿ ਉਹ ਖੁਦ ਵੀ ਕੁਝ ਨਾ ਕੁਝ ਦਿਖਾਏ, ਬਣਾ ਕੇ ਮਾਡਲਸ ਦਿਖਾਏ, ਜਾਂ ਕੁਝ ਸੋਚੇ ਕਿ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਮੈਨੀਪੂਲੇਟ ਕਰਕੇ ਯੂਜ਼ ਕਰ ਸਕਦੇ ਹਾਂ। ਸੋ ਇਹ ਤਰੀਕੇ ਨੇ ਕਿ ਅਸੀਂ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਹਾਂ। Okay, thank you, ma'am. Dr. Manjinder, please, question for you. How can we improve the confidence of an underconfident student? What are your views of overconfidence? Okay, views about, I would first like to answer the second part of the question, that what are my views about overconfidence. Well, overconfidence is constructive to certain extent. कुछ हद तक overconfidence ਜਿਹੜਾ ਹੈ ਉਹਦੇ results positive ਹੁੰਦੇ ਹੈ, but in the long run and in each and every situation, ਅਸੀਂ ਜੇ ਕਹੀਏ ਕਿ students overconfident ਜਿਹੜਾ ਹੈ ਉਹ ਰਹੇ, ਤਾਂ ਉਹ ਹੋ ਸਕਦਾ, ਜਿਵੇਂ ਆਪਾਂ ਕਹਿੰਦੇ ਨੇ ਕਿ ਕਈ ਵਾਰ ਆਪਾਂ ਜੋਸ਼ ਚ ਹੋਸ਼ ਗਵਾ ਬੈਠਦੇ ਆ, ਤੇ ਹੋ ਸਕਦਾ ਹੈ ਕਈ ਵਾਰੀ ਉਹ overconfidence ਦੇ ਵਿੱਚ ਆਪਣਾ ਨੁਕਸਾਨ ਕਰ ਲਏ, ਜਾਂ ਉਸਦੇ ਜਿਹੜੀ ਇੰਪਰੂਵਮੈਂਟ ਦਾ ਗ੍ਰਾਫ ਹੈ ਉਹ ਕਿਤੇ ਸਟੈਗਨੇਟ ਹੋ ਜਾਏ। ਇੱਕ ਬੱਚਾ ਜੇ ਇੰਟੈਲੀਜੈਂਟ ਹੈ, ਜਾਂ ਉਸ ਆਪਣੇ ਆਪ ਨੂੰ ਸੁਪੀਰੀਅਰ ਮੰਨਦਾ ਹੈ, ਜਾਂ ਉਸ ਹਰ ਪਾਸੇ ਜਿਹੜਾ ਹੈ ਉਹ ਇੱਕ ਆਲ ਰਾਊਂਡਰ ਹੈ, ਤੇ ਉਹਨੂੰ ਓਵਰ ਕੌਨਫੀਡੈਂਸ ਹੈ, ਲੈਟਸ ਸੇ, ਕਿ ਮੈਂ ਤਾਂ ਜੋ ਵੀ ਕਰਾਂਗਾ ਮੈਂ ਬਹੁਤ ਅੱਛਾ ਕਰਾਂਗਾ, ਮੇਰੇ ਤੋਂ ਅੱਛਾ ਕੋਈ ਨਹੀਂ ਹੋ ਸਕਦਾ, ਹੈ ਨਾ। ਸੋ ਦੀਸ ਕਾਈਂਡ ਆਫ ਫੀਲਿੰਗਸ ਉਹਦੀ ਸੈਲਫ ਅਚੀਵਮੈਂਟ ਲਈ ਇੱਕ ਹੱਦ ਤੱਕ ਤਾਂ ਠੀਕ ਹੈ, ਬਟ ਜੇ ਉਹਦੇ ਚ ਕੋਈ ਸਕੋਪ ਹੀ ਨਹੀਂ ਰਹੇਗਾ ਕਿ ਉਹ ਇਹ ਐਕਸੈਪਟ ਕਰ ਸਕੇ ਕਿ ਮੈਂ ਇਸ ਤੋਂ ਬੈਟਰ ਵੀ ਹੋ ਸਕਦਾ ਹਾਂ, ਤਾਂ ਆਈ ਥਿੰਕ ਇਟ ਇਜ਼ not a good thing for further improvement of that child. So the second part is how can we improve the confidence of those students who are low, feeling low confidence. So ਉਹਦੇ ਲਈ
there are certain strategies ਜਿਹੜੀਆਂ ਕਿ normally ਹੀ ਪ੍ਰੈਕਟਿਸ ਕੀਤੀਆਂ ਜਾ ਸਕਦੀਆਂ ਨੇ by the teachers। ਇੱਕ ਤਾਂ ਜਿਹੜੇ ਇਸ ਟਾਈਪ ਦੇ ਬੱਚੇ ਨੇ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ ਉਹ low confidence feel ਕਰਦੇ ਹੈ, we need to constantly motivate those children first of all। secondly ਉਹਨਾਂ ਦੀ ਛੋਟੀ ਛੋਟੀ ਅਚੀਵਮੈਂਟਸ ਜਿਹੜੀ ਕਿ ਅਦਰਵਾਈਜ਼ ਸ਼ਾਇਦ ਸਾਡੇ ਲਈ ਬਹੁਤ ਵੱਡੀ ਚੀਜ਼ ਨਾ ਹੋਵੇ ਕਿ ਅੱਛਾ ਇਹ ਬੱਚੇ ਨੇ ਇਹ ਵੀ ਕਰ ਲਿਆ, ਬਟ ਉਹਦੀ ਛੋਟੀ ਛੋਟੀ ਅਚੀਵਮੈਂਟਸ ਨੂੰ ਤੁਸੀਂ ਪ੍ਰੇਜ਼ ਕਰਨਾ ਹੈ ਕਲਾਸ 'ਚ। ਰਿਵਾਰਡਸ ਰੱਖੇ ਜਾ ਸਕਦੇ ਆ। ਔਰ ਹੁਣੇ ਜਿਵੇਂ ਡਾਕਟਰ ਸ਼ਾਲੂ ਜਿੰਦਲ ਨੇ ਚਾਰਟਸ ਵਗੈਰਾ ਦੀ ਗੱਲ ਕੀਤੀ, ਕਾਫੀ ਸਕੂਲਸ ਦੇ ਵਿੱਚ ਇਹ ਸਟ੍ਰੈਟਜੀਜ਼ ਅਪਣਾਈਆਂ ਜਾਂਦੀਆਂ ਨੇ ਕਿ ਅਲੱਗ-ਅਲੱਗ ਚੀਜ਼ਾਂ ਦੇ ਲਈ ਚਾਰਟਸ ਡਿਸਪਲੇ ਕਰ ਦਿੱਤੇ ਜਾਂਦੇ ਨੇ, ਤੇ ਇਫ ਐਨੀਥਿੰਗ ਪੋਜ਼ਿਟਿਵ ਇਜ਼ ਡਨ ਬਾਈ ਦ ਸਟੂਡੈਂਟ ਤੇ ਉਹ ਉੱਥੇ ਉਹਨਾਂ ਨੂੰ ਸਟਾਰ ਮਾਰਕ ਕਰ ਦਿੱਤਾ ਜਾਂਦਾ ਹੈ ਜਾਂ ਕੋਈ ਸਕੋਰ ਦੇ ਦਿੱਤਾ ਜਾਂਦਾ ਹੈ, ਜਾਂ ਸਟਾਰ ਦੇ ਕਲਰਸ ਵੀ ਹੁੰਦੇ ਆ 골ਡਨ ਸਿਲਵਰ, ਥੀਸ ਕਾਈਂਡ ਆਫ ਸਟ੍ਰੈਟਜੀਜ਼। ਸੋ ਲੋ ਕੌਨਫੀਡੈਂਸ ਸਟੂਡੈਂਟਸ ਨੂੰ ਬੂਸਟ ਅਪ ਕਰਨ ਦੇ ਲਈ ਇਹ ਜਿਹੇ ਰਿਵਾਰਡਸ ਜਿਹੜੇ ਨੇ ਜਾਂ ਇਸ ਟਾਈਪ ਦੀ ਸਟ੍ਰੈਟਜੀਜ਼ ਅਪਣਾਈਆਂ ਜਾ ਸਕਦੀਆਂ, ਪਲੱਸ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਸਿਰਫ 2-4 ਹੁਸ਼ਿਆਰ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਦੀ ਬਜਾਏ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਪ੍ਰੈਜ਼ੈਂਟ ਕਰਨ ਕਲਾਸ ਦੇ ਵਿੱਚ, ਆਨਸਰਸ ਦੇਣ ਜਾਂ ਕੁਝ ਕਮਿਊਨੀਕੇਟ ਕਰਨ ਜਾਂ ਮੇਬੀ ਗਰੁੱਪ ਬਣਾ ਕੇ ਉਸਨੂੰ ਲੀਡ ਕਰੇ। ਸੋ ਇਦਾਂ ਦੀ ਚੀਜ਼ਾਂ ਨਾਲ ਜਿਹੜਾ ਹੈ ਇਨੀਸ਼ੀਅਲੀ ਹੈਜ਼ਿਟੇਸ਼ਨ ਹੋਏਗੀ, ਬਟ ਹੌਲੀ ਹੌਲੀ ਬੱਚਾ ਜਿਹੜਾ ਹੈ ਉਸ 'ਚ ਕੌਨਫੀਡੈਂਸ ਜਿਹੜਾ ਹੈ ਨੈਚੁਰਲੀ ਬੂਸਟ ਹੋਏਗਾ। ਔਰ ਰਿਵਾਰਡ ਤੇ ਪ੍ਰੇਜ਼ ਦੇ ਡੂ ਹੈਵ ਅ ਲੋਟ ਆਫ ਇੰਪੈਕਟ ਔਨ ਚਾਈਲਡਸ ਕੌਨਫੀਡੈਂਸ। Thank you, ma'am. So next question for Dr. Shalu Jindal. How do I Yes, sir. encourage positive attitude in my class? Yeah, this is very, very important question and very, very interesting. Positive attitude develop करना teacher ਦੇ ਹੱਥ ਵਿੱਚ ਹੈ। Yes. Sir, do we have enough time? मेरे को एक anecdote है. I have an example. 2-3 मिनट लगेंगे. Can I explain that? Ma'am, but fast enough because we have a lot of questions for. Okay, sir. Sir, power of mind ਦੀ ਗੱਲ ਕਰਨਾ ਚਾਹਨੀ ਹਾਂ ਮੈਂ ਇੱਥੇ ਕਿ ਸਾਡੇ ਮਾਈਂਡ ਦੇ ਵਿੱਚ ਇੰਨੀ ਕੁ ਪਾਵਰ ਹੈ। if you think you can, you can. If you think you cannot, you cannot. ਇਹ ਚੀਜ਼ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਇੱਕ ਨੈਗੇਟਿਵ ਐਟੀਟਿਊਡ ਨਾਲ ਜੇ ਬੱਚੇ ਕਲਾਸ ਦੇ ਵਿੱਚ ਬੈਠੇ ਆ, ਜੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਚੀਵ ਕਰਨਾ ਨਹੀਂ ਕਰ ਪਾਣਗੇ। ਇੱਕ ਸਿੰਪਲ ਜੀ ਮੈਂ ਇੱਕ ਐਨੈਕਡੋਟ ਬੱਚਿਆਂ ਨੂੰ ਦੱਸਦੀ ਹੁੰਨੀ ਹੈ ਕਿ ਇੱਕ ਵਾਰ ਅਮਰੀਕਾ ਦੇ ਵਿੱਚ 2 ਪ੍ਰਿਜ਼ਨਰਸ ਨੂੰ ਕਿਹਾ ਗਿਆ ਡੈਥ ਸੈਂਟੈਂਸ ਹੈ ਤੁਹਾਨੂੰ, ਹਨਾ, ਤੁਹਾਡੀ ਜੋ ਉੱਥੇ ਹੈਂਗ ਨਹੀਂ ਕਰਦੇ, ਉੱਥੇ ਪੋਇਜ਼ਨ ਨਾਲ ਡੈਥ ਮਤਲਬ ਦਿੱਤੀ ਜਾਂਦੀ ਹੈ। ਉੱਥੇ ਜਦੋਂ ਇਹ ਕਿਹਾ ਗਿਆ ਔਰ ਇੱਕ ਜੋ ਪ੍ਰਿਜ਼ਨਰ ਹੈ ਉਹਨੂੰ ਅਲੱਗ ਰੂਮ 'ਚ ਰੱਖਿਆ, ਦੂਸਰੇ ਨੂੰ ਦੂਸਰੇ ਰੂਮ ਵਿੱਚ ਰੱਖਤਾ, ਔਰ ਜਦੋਂ ਕਿ ਡੈਥ ਦਾ ਟਾਈਮ ਆਇਆ ਤੇ ਰੂਮ ਬੰਦ ਕਰ ਦਿੱਤਾ ਗਿਆ ਔਰ ਕਿਹਾ ਗਿਆ ਦੇਖੋ ਜੀ ਹੁਣ ਤੁਹਾਨੂੰ ਇੰਜੈਕਸ਼ਨ ਦਿੱਤਾ ਜਾ ਰਿਹਾ, ਹੁਣ ਆਏਗਾ ਨਾ। ਔਰ ਉਸ ਟਾਈਮ ਕੀ ਹੋਇਆ ਕਿ ਇੱਕ ਸਨੇਕ ਨੇ ਬਾਈਟ ਕੀਤਾ ਉਹਨੂੰ, ਹਨਾ, ਜਿਹਨੂੰ ਸਨੇਕ ਨੇ ਬਾਈਟ ਕੀਤਾ ਸੀਗਾ ਉਹਦੀ ਤਾਂ ਡੈਥ ਹੋ ਗਈ ਸਨੇਕ ਬਾਈਟ ਨਾਲ, ਪਰ ਦੂਸਰੇ ਬੰਦੇ ਨੂੰ ਜਦੋਂ ਸਨੇਕ ਬਾਈਟ ਨਹੀਂ ਕਰਵਾਇਆ ਗਿਆ ਉਹਦੇ ਇੱਕ ਸਿਰਫ ਨੀਡਲ ਪ੍ਰਿਕ ਕੀਤੀ ਗਈ ਔਰ ਮਾਹੌਲ ਐਵੇਂ ਦੇ ਬਣਾਇਆ ਗਿਆ ਕਿ ਸਨੇਕ ਆਏਗਾ ਤੁਹਾਨੂੰ ਬਾਈਟ ਕਰੇਗਾ ਔਰ ਤੁਹਾਡੀ ਡੈਥ ਹੋ ਜਾਏਗੀ, ਹਨਾ। ਪਰ ਉਹਨੂੰ ਕੀ ਕੀਤਾ ਗਿਆ, ਇੱਕ ਨੀਡਲ ਪ੍ਰਿਕ ਕੀਤੀ ਗਈ ਔਰ ਉਹਦੀ ਵੀ ਡੈਥ ਹੋ ਗਈ। ਸੋ ਵਟ ਵਾਸ ਦੈਟ? ਦਿਸ ਵਾਸ ਦ ਪਾਵਰ ਆਫ ਮਾਈਂਡ। ਉਹਦੇ ਮਾਈਂਡ ਨੇ ਇਹ ਸੋਚ ਲਿਆ ਕਿ ਮੇਰੀ ਡੈਥ ਇਸ ਤਰ੍ਹਾਂ ਹੀ ਹੋਣੀ ਹੈ ਔਰ ਉਹਨੇ ਉਸ ਤਰ੍ਹਾਂ ਹੀ ਪਰਸੀਵ ਕੀਤਾ ਸਿਚੁਏਸ਼ਨਸ ਨੂੰ ਔਰ ਡੈਥ ਹੋ ਗਈ। ਉਹਦੀ ਬਾਡੀ ਦੇ ਵਿੱਚ ਜਦੋਂ ਐਨਾਲਾਈਜ਼ ਕੀਤਾ ਗਿਆ ਉਹਦੀ ਬਾਡੀ ਦੇ ਵਿੱਚ ਵੀ ਉਨਾ ਹੀ ਪੋਇਜ਼ਨ ਪਾਇਆ ਗਿਆ ਜਿੰਨਾ ਸਨੇਕ ਬਾਈਟ ਨਾਲ ਸੀਗਾ। ਸੋ ਆਈ ਮੀਨ ਟੂ ਸੇ ਕਿ ਮਾਈਂਡ ਦੇ ਵਿੱਚ ਇੰਨੀ ਜ਼ਬਰਦਸਤ ਪਾਵਰ ਹੈ। ਬੱਚਿਆਂ ਨੂੰ ਇਹ ਦੱਸਣਾ ਹੈ ਕਿ ਤੁਸੀਂ ਪੋਜ਼ਿਟਿਵ ਵਿਜ਼ੂਅਲਸ ਹੀ ਲੈ ਕੇ ਆਣੇ ਆ ਮਾਈਂਡ ਦੇ ਵਿੱਚ। ਇਫ ਯੂ ਵਾਂਟ ਟੂ ਬੀ ਮਤਲਬ ਡਾਕਟਰ, ਆਰਟਿਸਟ, ਐਨੀਥਿੰਗ, ਤੁਸੀਂ ਉਹਨੂੰ ਵਿਜ਼ੂਅਲ ਲੈ ਕੇ ਆਓ ਆਪਣੀ ਅੱਖਾਂ ਦੇ ਵਿੱਚ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਕਿ ਮੈਂ ਇੱਥੇ ਖੜਾ ਹੈ। ਅਗਰ ਬੱਚੇ ਪੋਜ਼ਿਟਿਵ ਹੀ ਨਹੀਂ ਹੈ ਕਲਾਸ ਦੇ ਵਿੱਚ ਤਾਂ ਬੱਚੇ ਅਚੀਵ ਕੀ ਕਰਨਗੇ? ਸੋ ਟੀਚਰ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੇ ਐਨੈਕਡੋਟ, ਪਾਵਰ ਆਫ ਮਾਈਂਡ ਕੀ ਹੈ, ਪਾਵਰ ਆਫ ਮਾਈਂਡ ਦੇ ਨਾਲ ਲੋਕਾਂ ਨੇ ਕੀ ਕੀ ਅਚੀਵ ਕੀਤਾ ਹੈ, ਇਹ ਦੱਸਣਾ ਬਹੁਤ ਜ਼ਰੂਰੀ ਹੈ ਕਲਾਸ ਦੇ ਵਿੱਚ ਸਰ। ਦਿਸ ਇਜ਼ ਦਾ ਮੇਨ ਵੇ। Okay, ma'am, we can continue with you only with the next question. Dr. Shalu, can you give examples of cognitive skills? ਸਰ ਕੋਗਨੀਟਿਵ ਸਕਿਲਸ ਡੀਲ ਕਰਦੇ ਨੇ ਬੇਸਿਕਲੀ ਆਪਣੇ ਬ੍ਰੇਨ ਦੇ ਨਾਲ, ਕਿ ਬ੍ਰੇਨ ਦੇ ਵਿੱਚ ਜੋ ਜੋ ਐਕਟੀਵਿਟੀਜ਼ ਹੋ ਰਹੀਆਂ ਨੇ ਤੁਹਾਡੀਆਂ ਉਹ ਸਾਰੀਆਂ ਕੋਗਨੀਟਿਵ ਸਕਿਲਸ ਨੇ। ਲਾਈਕ ਤੁਸੀਂ ਬੱਚੇ ਮੈਮੋਰਾਈਜ਼ ਕਰ ਰਹੇ ਨੇ, ਬੱਚੇ ਕੁਛ ਯਾਦ ਕਰ ਰਹੇ ਨੇ, ਮੈਮੋਰਾਈਜ਼ ਕਰ ਰਹੇ ਨੇ, ਬੱਚੇ ਕੁਛ ਨੋਟ ਕਰ ਰਹੇ ਨੇ, ਉਹ ਸਾਰਾ ਕੋਗਨੀਟਿਵ ਸਕਿਲਸ ਨੇ। ਕੁਛ ਰੀਜ਼ਨਿੰਗ ਹੈ, ਰਿਮੈਂਬਰਿੰਗ ਹੈ, ਜੋ ਵੀ ਮੈਮੋਰਾਈਜ਼ੇਸ਼ਨ ਟ੍ਰਿਕਸ ਨੇ ਉਹ ਸਾਰੇ ਕੋਗਨੀਟਿਵ ਸਕਿਲਸ ਨੇ। ਕੋਈ ਅਟੈਂਸ਼ਨ ਹੋਲਡਿੰਗ ਨੇ, ਥਿੰਕਿੰਗ, ਰੀਡਿੰਗ, ਲਰਨਿੰਗ, ਰੀਜ਼ਨਿੰਗ, ਇਹ ਸਾਰੇ ਕੋਗਨੀਟਿਵ ਸਕਿਲਸ ਨੇ, ਰਾਈਟ। ਸੋ ਇਹਦੇ ਵਿੱਚ ਅਸੀਂ ਇਹ ਦੇਖਣਾ ਪਏਗਾ ਕੋਗਨੀਟਿਵ ਸਕਿਲਸ ਨੂੰ ਅਗਰ ਇੰਪਰੂਵ ਕਰਨਾ ਹੈ, ਵੀ ਹੈਵ ਟੂ ਸੀ ਕਿ ਅਸੀਂ ਇਹਨਾਂ ਨੂੰ ਵਧਾਉਣਾ ਕਿਵੇਂ ਹੈ। ਅਸੀਂ ਬੇਸਿਕ ਟ੍ਰਿਕਸ ਦੇ ਸਕਦੇ ਹਾਂ ਕਲਾਸ ਦੇ ਵਿੱਚ, ਹਾਊ ਟੂ ਮੈਮੋਰਾਈਜ਼, ਲਾਈਕ ਜਿਵੇਂ ਪੀਰੀਓਡਿਕ ਟੇਬਲ ਕਰਵਾਇਆ ਜਾਂਦਾ ਕਲਾਸ ਦੇ ਵਿੱਚ ਨਾ,
ਬੱਚਿਆਂ ਨੂੰ ਇਹ ਕਿਹਾ ਜਾਂਦਾ ਕਿ ਹਰ ਐਲੀਮੈਂਟਸ ਦੇ ਐਟੋਮਿਕ ਨੰਬਰ ਲਰਨ ਕਰਨੇ, ਐਟੋਮਿਕ ਮਾਸ ਲਰਨ ਕਰਨਾ, ਰਾਈਟ। ਜਿਵੇਂ ਸ਼ੁਰੂ ਹੁੰਦਾ ਹਾਈਡਰੋਜਨ, ਹੀਲੀਅਮ, ਲਿਥੀਅਮ, ਬਰੀਲੀਅਮ। ਉਹ ਇੱਕ ਨਾ ਅਸੀਂ ਜਦੋਂ ਪੜ੍ਹਾਉਂਦੇ ਸੀ ਇੱਕ ਰਾਈਮ ਬਣਾਉਂਦੇ ਸੀ, ਗਾਣਾ ਬਣਾ ਦਿੰਦੇ ਸੀ, ਹਾਈਡਰੋਜਨ, ਹੀਲੀਅਮ, ਲਿਥੀਅਮ, ਬਰੀਲੀਅਮ, ਬੋਰਨ, ਕਾਰਬਨ, ਨਾਈਟ੍ਰੋਜਨ, ਆਕਸੀਜਨ। ਸੋ ਇਸ ਤਰ੍ਹਾਂ ਦਾ ਕੁਝ ਇੰਟਰਸਟਿੰਗ ਬਣਾਓ ਕਲਾਸ ਦੇ ਵਿੱਚ। देखो करवाना तो मेमोराइज है ना, बच्चा लर्न करवाना है, तो अगर वो इंटरेस्टिंग तरीके नाल कोई राइम बना ली या कुछ एवें दे क्रॉसवर्ड्स या बच्चे ट्रिक्स दस्से कि किवें याद करोगे तुसी, ਇਹ ਸਾਰੀਆਂ ਤਰੀਕੇ ਨੇ ਕਿ ਅਸੀਂ ਕੋਗਨੀਟਿਵ ਸਕਿੱਲਸ ਨੂੰ ਵਧਾ ਸਕਦੇ ਹਾਂ ਬੱਚਿਆਂ ਦੇ ਨੂੰ। ਤੇ ਇਹਦੇ ਲਈ ਆਈ ਥਿੰਕ ਮੈਡਮ ਤੁਸੀਂ ਜੇ ਆਬਜ਼ਰਵ ਕੀਤਾ ਹੋਵੇ ਤਾਂ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਜੇ ਪਹਾੜੇ ਤੁਸੀਂ ਪੁੱਛੋਗੇ ਤਾਂ ਉਹ ਉਹਨਾਂ ਨੂੰ ਤੋਤੇ ਵਾਂਗੂ ਰੱਟੇ ਹੋਏ ਨੇ। ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਪੁੱਛੋਗੇ ਤਾਂ ਉਹ ਹੋ ਸਕਦਾ ਟਾਈਮ ਲਾਣ ਦੱਸਣ ਦੇ ਵਿੱਚ, ਪਰ ਗਵਰਨਮੈਂਟ ਸਕੂਲ ਦੇ ਬੱਚਿਆਂ ਨੇ ਤਾਂ ਤੋਤੇ ਵਾਂਗੂ ਤੁਹਾਨੂੰ ਜਵਾਬ ਦੇ ਦੇਣੇ। ਬਿਲਕੁਲ ਜੀ, ਬਿਲਕੁਲ ਸਰ, ਇਹ ਤਰੀਕੇ ਨੇ ਆਫ ਦ ਟੀਚਰਸ ਆਫ ਦ ਗਵਰਨਮੈਂਟ ਸਕੂਲ, ਸੋ ਦੇ ਆਰ ਸੋ ਇੰਟੈਲੀਜੈਂਟ ਐਂਡ ਦੇ ਹੈਵ ਦ ਕੋਗਨੀਟਿਵ ਸਕਿੱਲਸ ਐਜ਼ ਵੈਲ, ਸੋ ਹਾਊ ਟੂ ਮੇਕ ਦ ਸਟੂਡੈਂਟਸ ਇੰਟੈਲੀਜੈਂਟ। I agree with you, sir. Okay, so question is, Dr. Meena, should teachers involve parents for improving students' behavior? Yes, definitely. लेकिन ये पेरेंट्स इन्वॉल्वमेंट तब होनी चाहिए जब कोई सिवियर बिहेवियरल प्रॉब्लम नजर आए टीचर को। अगर कोई माइनर बिहेवियरल प्रॉब्लम्स हैं तो वो टीचर अपने लेवल पे उनको सॉल्व कर लेता है। हमें पेरेंट्स की इन्वॉल्वमेंट तब करनी चाहिए जब हमें लगता है कि हो सकता है ये जो बिहेवियरल इश्यूज आ रहे हैं इसके फैमिली प्रॉब्लम के कारण आ रहे हैं बच्चे की, है ना, या बच्चे के कुछ ऐसी हैबिट्स हैं जिसको हम घर की हेल्प के बिना उसमें हम चेंजेस नहीं ला सकते, है ना। जैसे लेजीनेस की अगर हम बात कर दें, या बच्चा काम पूरा नहीं करता है ना, या बच्चा होमवर्क करके नहीं लेके आता, या बच्चा झूठ बोलता है, या बच्चा चोरी करता है ना। वो जो ये चोरी क्यों कर रहा है बच्चा, क्या बच्चे की अपनी जो नीड्स हैं, जो अपनी डिमांड्स हैं उसकी, क्या वो पूरी नहीं हो रही हैं, या ओवर एक्सपेक्टेशन है बच्चे को कि मेरे पेरेंट्स मुझे हर चीज, हर टेक्नोलॉजिकल गैजेट ला के दे। मैंने साथ वाले बच्चे के साथ देखा है, अगर मेरे पास नहीं है तो मैं उसको चोरी कर लूंगा। तो इस तरीके के जो सीवियर बिहेवियर डिस्टर्बेंसेस हैं उनको सॉल्व करने के लिए टीचर को पेरेंट्स के साथ जरूर डिस्कस करना चाहिए उनको। इसमें मतलब जो टीचर, स्टूडेंट और पेरेंट की जो कम्युनिकेशन है उसमें गैप नहीं रहना चाहिए ना। कई बार बच्चे क्या करते हैं, झूठ बोल देते हैं ना कि स्कूल में आके उन्होंने कह दिया कि आज मेरे मदर बीमार थे, या मेरे फादर और मदर के बीच में कुछ इस तरीके की डिस्टरबेंस है जिसके कारण मैं बहुत फ्रस्ट्रेटेड फील करता हूँ। और एक्चुअल में वो बच्चा इतना मैनिपुलेटिव होता है कि वो उसने सारी कहानियां, मनगढ़ंत कहानियां बनाई होती हैं। अब वो टीचर को वो रूट कॉज जानने के लिए, वो प्रॉब्लम सॉल्व करने के लिए उसको पेरेंट्स के साथ बात करनी पड़ेगी। तो हम ये नहीं कह सकते कि पेरेंट्स इन्वॉल्वमेंट के बिना ही सारी चीजें सॉल्व हो जाएं। कुछ हद तक हमें पेरेंट्स को भी इन्वॉल्व करना पड़ता है ना। हमें पेरेंट्स के लिए भी सेमिनार्स और कुछ इस तरीके की कॉन्फ्रेंसेस ऑर्गेनाइज करनी चाहिए कि जो बच्चों के में बिहेवियरल प्रॉब्लम्स आ रही हैं, इन बिहेवियरल प्रॉब्लम्स को सॉल्व करने के क्या क्या तरीके हैं। हम आजकल देखते हैं पेरेंट टीचर एसोसिएशन में स्कूल्स क्या कर रहे हैं, सेमिनार्स ऑर्गेनाइज कर रहे हैं। सिर्फ बच्चों के लिए सेमिनार्स नहीं ऑर्गेनाइज हो रहे हैं, वो पेरेंट्स के लिए सेमिनार्स ऑर्गेनाइज हो रहे हैं कि जितने भी न्यू चेंजेस आ रहे हैं, जो भी स्ट्रेस आ रहा है बच्चों की लाइफ में ना, वो क्यों आ रहा है। बिफोर बोर्ड एग्जाम कई बारी बच्चों को जब हम मोटिवेट करते हैं तो बच्चों के साथ हम पेरेंट्स को भी बुलाते हैं, पेरेंट्स को भी हम बताते हैं कि सिर्फ नंबर ही नहीं है सब कुछ, है ना, बच्चे की लाइफ में। तुम्हारे एक एड भी आपने देखी होगी, सबने टीवी में बहुत ज्यादा आई थी, जब बोर्ड के एग्जाम्स आते हैं उस दौरान वो एड भी ज्यादा हो जाती है टीवी पे, जिसमें बच्चों के पेरेंट्स का एग्जाम लिया जाता है ना, ऑन मतलब अनएक्सपेक्टेड डे वाले दिन आके। वो बच्चे देखते हैं कि पेरेंट्स तो ने बहुत अच्छा परफॉर्म नहीं किया, लेकिन वही पेरेंट बच्चे से एक्सपेक्टेशन बहुत ज्यादा हाई रख रहा है कि तुम्हारे मार्क्स इतने आने चाहिए। तो इस तरीके की जो ग्रूमिंग है वो पेरेंट्स के लिए भी बहुत जरूरी है। तो टीचर, जो स्कूल है, वो एक इस तरीके के सेमिनार्स भी ऑर्गेनाइज करे जिसमें पेरेंट्स को भी ये सिखाया जाए कि हमें अपने बच्चों से उतनी कर ही एक्सपेक्टेशन रखनी है जिससे बच्चा स्ट्रेस में ना आए। थैंक यू सर, आई होप पूरा कन्वे हो गया होगा। So next for Dr. Shalu, sorry, Dr. Manjinder, how should we make student a good listener? Okay,
So first of all, I would like to say that we have to be role models for the students. ਜੇ ਬੱਚਾ ਸਾਡੇ ਨਾਲ ਡੇਲੀ ਬੇਸਿਸ ਤੇ ਕੁਝ ਇੰਟਰੈਕਟ ਕਰਦਾ ਹੈ, ਜੇ ਅਸੀਂ ਪਹਿਲਾਂ ਬੱਚੇ ਦੀ ਗੱਲ ਸੁਣ ਕੇ ਪ੍ਰੋਪਰ ਰਿਸਪੌਂਸ ਦੇਣਾ ਸਟਾਰਟ ਕਰ ਦਾਂਗੇ ਤਾਂ ਇਨਡਾਇਰੈਕਟਲੀ ਬੱਚੇ ਦੇ ਮਾਈਂਡ ਤੇ ਡੈਫੀਨਿਟਲੀ ਇੰਪੈਕਟ ਪਏਗਾ, ਕਿਉਂਕਿ ਅਸੀਂ ਕੋਈ ਵੀ ਵੈਲਿਊ, ਕੋਈ ਵੀ ਚੀਜ਼, ਕੋਈ ਵੀ ਸਕਿੱਲ ਇਨਗ੍ਰੇਨ ਕਰਨ ਦੇ ਲਈ ਦੋ ਟਾਈਪ ਆਪਾਂ ਕਹਿੰਦੇ ਆ ਕਿ ਇੱਕ ਡਾਇਰੈਕਟ ਸਟ੍ਰੈਟਜੀਜ਼ ਹੁੰਦੀਆਂ ਨੇ, ਇਨਡਾਇਰੈਕਟ ਅਪਰੋਚ ਹੁੰਦੀ ਹੈ। So indirectly this does have an impact. Secondly, ਜੇ ਅਸੀਂ ਨੋਟਿਸ ਕਰਦੇ ਹਾਂ ਕਿ ਕੋਈ ਜਿਹੜਾ ਸਟੂਡੈਂਟ ਹੈ ਉਹ ਉਹਦੀ ਲਿਸਨਿੰਗ ਕੈਪੇਬਿਲਿਟੀਜ਼ ਜਿਹੜੀਆਂ ਨੇ ਉਹ ਘੱਟ ਹੈ ਜਾਂ ਨਹੀਂ ਸੁਣਦਾ, ਤੇ ਸਮਝਾਇਆ ਜਾ ਸਕਦਾ ਹੈ, ਉਸਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਗਰੁੱਪਸ ਦੇ ਵਿੱਚ ਇੰਟਰੈਕਟ ਕਰਨ ਦੀ, ਕਿਉਂਕਿ ਲਿਸਨਿੰਗ ਕੈਪੇਬਿਲਿਟੀ ਕਲਾਸ 'ਚ ਚੁੱਪ ਬੈਠ ਕੇ ਸਿਰਫ ਸੁਣਨ ਨਾਲ ਨਹੀਂ ਆਏਗੀ, ਕਿਉਂਕਿ ਟੀਚਰ ਨੂੰ ਸੁਣਨਾ ਔਰ ਇੱਕ ਕਨਵਰਸੇਸ਼ਨ, ਇੱਕ ਤਾਂ ਲੈਕਚਰ ਸੁਣ ਰਹੇ ਆ, ਇੱਕ ਕਨਵਰਸੇਸ਼ਨ ਦੇ ਵਿੱਚ ਇੰਗੇਜ ਹੋ ਕੇ ਸੁਣਨਾ। ਸੋ ਲਿਸਨਿੰਗ ਐਬਿਲਿਟੀ ਜਿਹੜੀ ਹੈ, ਅਸੀਂ ਇੱਥੇ ਗੱਲ ਕਰ ਰਹੇ ਹਾਂ, ਲਿਸਨਿੰਗ ਸਕਿੱਲ ਦੀ ਗੱਲ ਕਰ ਰਹੇ ਹਾਂ, ਦੈਟ ਇਜ਼ ਆਲਵੇਜ਼ ਇਨ ਅ ਕਨਵਰਸੇਸ਼ਨ। ਸੋ ਜਦੋਂ ਤਾਂ ਇੱਕ ਟੀਚਰ ਲੈਕਚਰ ਦੇ ਰਿਹਾ ਉਦੋਂ ਤਾਂ ਉਹਨਾਂ ਨੂੰ ਸੁਣਨਾ ਹੈ, ਉਸ ਟਾਈਮ ਬੱਚੇ ਜੇ ਨਹੀਂ ਸੁਣਦੇ ਹੈ, ਉਹ ਇੱਕ ਬੇਸਿਕ ਟੈਂਡੈਂਸੀ ਹੈ, ਇੱਕ ਏਜ ਗਰੁੱਪ ਦੇ ਹਿਸਾਬ ਨਾਲ ਸਾਨੂੰ ਡੀਲ ਕਰਨਾ ਪੈਂਦਾ, ਜੇ ਉਹ ਪ੍ਰਾਇਮਰੀ ਸਟੂਡੈਂਟਸ ਨੇ, ਸੈਕੰਡਰੀ ਨੇ ਜਾਂ ਹਾਇਰ ਐਜੂਕੇਸ਼ਨ ਦੇ ਨੇ, ਉਹਦੇ ਲਈ ਦੈਨ ਅਗੇਨ ਡਿਫਰੈਂਟ ਸਟ੍ਰੈਟਜੀਜ਼ ਹੈ। ਬਟ ਜੇ ਅਸੀਂ ਅਦਰਵਾਈਜ਼ ਇੱਕ ਲਿਸਨਿੰਗ ਸਕਿੱਲ ਡਿਵੈਲਪ ਦੀ ਕਰਨ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਫਿਰ ਉਹੀ ਗੱਲ ਕਰੂੰਗੀ ਕਿ ਦੇ ਸ਼ੁੱਡ ਬੀ ਪ੍ਰੋਵਾਈਡਡ ਓਪਰਚੁਨਿਟੀਜ਼ ਕਿ ਉਹ ਸੁਣਨ, ਤੇ ਜਿਹੜੇ ਬੱਚੇ ਇਸ ਤਰ੍ਹਾਂ ਦੀ ਚੀਜ਼ ਨੂੰ ਪ੍ਰੈਕਟਾਈਜ਼ ਨਹੀਂ ਕਰਦੇ, ਸਾਡੀ ਆਬਜ਼ਰਵੇਸ਼ਨ ਹੋਏਗੀ, ਫਿਰ 1 to 1 ਉਹਨਾਂ ਨੂੰ ਕਾਊਂਸਲ ਜਿਹੜਾ ਹੈ ਉਹ ਕੀਤਾ ਜਾ ਸਕਦਾ। ਬਟ ਫਸਟ ਥਿੰਗ ਓਪਰਚੁਨਿਟੀਜ਼, ਜਦੋਂ ਤੱਕ ਉਹਨਾਂ ਨੂੰ ਓਪਰਚੁਨਿਟੀਜ਼ ਨਹੀਂ ਮਿਲਣਗੀਆਂ ਇਹ ਸਾਰੀਆਂ ਚੀਜ਼ਾਂ ਪ੍ਰੈਕਟਾਈਜ਼ ਕਰਨ ਦੀਆਂ, ਤਦ ਤੱਕ ਉਹ ਨਹੀਂ ਕਰ ਪਾਣਗੇ। Okay, so next question is, can you explain Bloom's taxonomy again? But this question, I think when the participant will watch the video again, so I think they can get the answer from that. They can rewatch the video again and again at any time. So next question for Dr. Shalu. How can I make sure that my students are engaged in an online class? Sir, in the last lecture yesterday, Dr. Manjinder Kaur Saini, she discussed a pool with the students, with the participants. She gave a pool like a mentimeter.com on the mentimeter.com. Yeah. On that pool, she engaged all the participants. है ना, तो सारे आंसर्स भी उत्थे आए सीगे, उन्होंने आंसर्स BA लिख रहे थे सारे पार्टिसिपेंट्स। तो बहुत अच्छा एक तरीका है कि देखने ਲਈ ਕਿ ਪਾਰਟਿਸਪੈਂਟ ਸਾਰੇ ਇੰਗੇਜ ਹੈ ਕਿ ਨਹੀਂ, ਸੁਣ ਰਹੇ ਨੇ ਕਿ ਨਹੀਂ। ਔਰ ਇੱਕ ਸਰ ਹੋਰ ਹੈ ਇਹਦੇ ਵਿੱਚ ਕਿ ਇੰਟਰੈਕਟਿਵ ਵੀਡੀਓਜ਼ ਬਣਾ ਸਕਦੇ ਹੋ ਤੁਸੀਂ। ਲਾਈਕ ਮੈਂ ਕੋਈ ਵੀਡੀਓ ਭੇਜ ਰਹੀ ਹਾਂ, ਉਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਪੌਪ ਅਪ ਕੁਐਸਚਨ ਦੀ। ਅਗਰ ਉਹਦੇ ਵਿੱਚ ਅਸੀਂ ਉਹ ਕੁਐਸਚਨ ਐਡ ਕਰ ਦਾਂਗੇ ਆਫਟਰ ਸਮ ਟਾਈਮ, ਜਦੋਂ ਮੰਨ ਲਓ ਵੀਡੀਓ 5 ਮਿੰਟਸ ਦੀ ਵੀਡੀਓ ਚੱਲ ਗਈ ਔਰ 5 ਮਿੰਟਸ ਦੇ ਵਿੱਚ ਜੋ ਬੱਚਿਆਂ ਨੇ ਸਿੱਖਿਆ ਹੈ ਉਹ ਇੱਕ ਕੁਐਸਚਨ ਦੇ ਫਾਰਮ ਦੇ ਵਿੱਚ ਆ ਜਾਏਗਾ। ਅਗਰ ਉਹ ਸਟੂਡੈਂਟਸ ਉਸ ਕੁਐਸਚਨ ਨੂੰ ਆਨਸਰ ਕਰਨਗੇ then only they can see the video, ਅੱਗੇ ਉਹ ਵੀਡੀਓ ਤਾਂ ਹੀ ਚੱਲੇਗੀ। ਠੀਕ ਹੈ, ਤਾਂ ਉਹ ਪੌਪ ਅਪ ਕੁਐਸਚਨਸ ਵਾਲੀ ਵੀਡੀਓਜ਼ ਵੀ ਬਣਾ ਸਕਦੇ ਹਾਂ ਅਸੀਂ। ਸੋ ਇਹ ਮੈਥਡਸ ਨੇ ਜਿਹਦੇ ਨਾਲ ਪਤਾ ਚੱਲ ਜਾਏਗਾ ਕਿ ਬੱਚੇ ਇੰਗੇਜ ਹੈ ਕਿ ਨਹੀਂ। Okay, thank you. So next question for Dr. Manjinder. How to, again, it's related to Bloom theory. I think Dr. Shalu can explain that. So Dr. Shalu, this question for you. How to implement Bloom theory in classroom? Is there a guideline or book for it? Can you repeat the question? How to implement Bloom theory in classroom? Is there a guideline or book for it? Yeah, sir, can I show my slide to the participants? If you have already answered in the slides, so they can rewatch the video again. So we should waste the time on that. So okay, fine. So they can watch the video on this. So now we are coming to the question for Dr. Manjinder. How can I make better one-to-one connection with my students? Okay. For this, sir, first of all, the teacher needs to know each and every child in his or her classroom. कई बारी देखन चाहे है कि टीचर्स सिर्फ अपनी क्लास च जाके सिर्फ एक इंस्ट्रक्शनल ऑब्जेक्टिव कंप्लीट करना ਹੁੰਦਾ ਹੈ ਕਿ ਮੈਂ ਬਸ ਜਾ ਕੇ ਪੜਾਉਣਾ ਹੈ, ਬਟ ਬੱਚਿਆਂ ਦੇ ਨਾਲ ਰੈਪੋ ਐਸਟੈਬਲਿਸ਼ ਕੁਝ ਕੁ ਬੱਚਿਆਂ ਨਾਲ ਹੁੰਦੀ ਹੈ, ਸਾਰੇ ਬੱਚਿਆਂ ਨਾਲ ਨਹੀਂ ਹੁੰਦੀ। ਸੋ ਇੱਕ ਜਿਹੜੀ ਕਾਮਨ ਸਟ੍ਰੈਟਜੀ ਹੈ ਉਹ ਤਾਂ ਇਹੀ ਹੈ ਕਿ ਵੀ ਮਸਟ ਰਿਮੈਂਬਰ ਦ ਚਿਲਡਰਨਸ ਨੇਮ ਫਸਟ ਆਫ ਆਲ। ਬੱਚਿਆਂ ਦੇ ਰੋਲ ਨੰਬਰਸ, ਬੱਚਿਆਂ ਦੇ ਨਾਮ ਦੇ ਨਾਲ ਸਾਨੂੰ ਉਹਨਾਂ ਦੀ ਅਸੀਂ ਉਹਨਾਂ ਨੂੰ ਜਿਹੜਾ ਕਿ ਕਨੈਕਟ ਕਰ ਸਕਦੇ ਹਾਂ। ਜਦੋਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਕਿ ਯੈਸ ਯੂ ਸਟੈਂਡ ਅਪ, ਥਰਡ ਬੈਂਚ, ਸੈਕੰਡ ਬੈਂਚ, ਫਸਟ ਬੈਂਚ, ਤੇ ਉਹ ਬੱਚੇ ਨੂੰ ਉਹ ਕਨੈਕਸ਼ਨ ਫੀਲ ਨਹੀਂ ਹੁੰਦਾ ਜਦੋਂ ਕਿ ਅਸੀਂ ਬੱਚੇ ਨੂੰ ਨਾਮ ਦੇ ਨਾਲ ਬੁਲਾਉਂਦੇ ਹਾਂ।
ਸੋ ਫਸਟ ਆਫ ਆਲ ਤਾਂ ਇਹ ਜਿਹੜਾ ਕਨੈਕਸ਼ਨ ਹੈ ਰੈਪੋ ਐਸਟੈਬਲਿਸ਼ ਕਰਨ ਦਾ ਇੱਕ ਫਸਟ ਫੰਡਾਮੈਂਟਲ ਹੈ, ਦੈਟ ਇਜ਼ ਨੋ ਈਚ ਐਂਡ ਐਵਰੀ ਚਾਈਲਡ ਬਾਏ ਦ ਨੇਮ। ਔਰ ਜਦੋਂ ਅਸੀਂ ਉਸ ਨਾਮ ਦੇ ਨਾਲ ਬੱਚੇ ਨੂੰ ਐਡਰੈਸ ਕਰਾਂਗੇ ਤਾਂ ਫਸਟ ਕਨੈਕਸ਼ਨ ਜਿਹੜਾ ਉੱਥੇ ਬਣ ਜਾਏਗਾ। ਸੈਕੰਡ ਥਿੰਗ ਇਜ਼ ਕਿ ਜਿਹੜਾ ਆਪਣਾ ਫੋਕਸ ਹੈ ਪੜ੍ਹਾਉਂਦੇ ਹੋਏ, ਕੁਐਸਚਨਿੰਗ ਕਰਦੇ ਹੋਏ, ਕੋਈ ਕੁਝ ਕੰਮ ਜਾਂ ਟਾਸਕ ਬੱਚੇ ਨੂੰ ਅਸਾਈਨ ਕਰਦੇ ਹੋਏ ਅਸੀਂ ਉਹ ਵੀ ਧਿਆਨ ਰੱਖੀਏ ਕਿ ਅਸੀਂ ਰੋਟੇਸ਼ਨ ਬੇਸਿਸ ਤੇ ਕਰੀਏ। ਕਿਉਂਕਿ ਜਦੋਂ ਕੁਝ ਬੱਚਿਆਂ ਨੂੰ ਇਹ ਫੀਲ ਹੁੰਦਾ ਹੈ ਕਿ ਇਹ ਤਾਂ ਸਿਰਫ ਮੈਮ ਜਾਂ ਸਰ ਜਿਹੜੇ ਆ 2-4 ਬੱਚਿਆਂ ਦੇ ਨਾਲ ਹੀ ਇਹਨਾਂ ਦੇ ਜਿਹੜੇ ਆ ਅੱਛੇ ਕੰਟੈਕਟਸ ਨੇ ਕਹਿ ਲਓ ਜਾਂ ਅੱਛੀ ਰੈਪੋ ਹੈ, ਸਿਰਫ ਇਹਨਾਂ ਨੂੰ ਹੀ ਕੰਮ ਦੇਣਾ ਹੈ, ਸਾਡੇ ਨਾਲ ਤਾਂ ਗੱਲ ਹੀ ਨਹੀਂ ਕਰਦੇ, ਹੈ ਨਾ। ਸੋ ਉਹ ਚੀਜ਼ ਜਿਹੜੀ ਆ ਅਵੋਇਡ ਹੋ ਜਾਂਦੀ ਹੈ ਜੇ ਤੁਸੀਂ ਰੋਟੇਸ਼ਨ ਬੇਸਿਸ ਤੇ ਇੱਕ ਚੀਜ਼ ਕਰਦੇ ਹੋ ਕਿ ਕਦੇ ਕਿਸੇ ਨੂੰ, ਇਹ ਵੈਸੇ ਨਾਰਮਲੀ ਅਸੀਂ ਆਪਣੇ ਸਟੂਡੈਂਟਸ ਨੂੰ ਜਦੋਂ ਟੀਚਿੰਗ ਸਕਿੱਲਸ ਕਰਾਉਂਦੇ ਹਾਂ ਅਸੀਂ ਦੱਸਦੇ ਹਾਂ ਕਿ ਕੁਐਸਚਨਸ ਸ਼ੁੱਡ ਬੀ ਵੈਲ ਡਿਸਟ੍ਰੀਬਿਊਟਡ ਇਨ ਦਾ ਕਲਾਸ, ਇੱਕ ਵਾਰੀ ਫਸਟ ਬੈਂਚ ਤੋਂ, ਇੱਕ ਵਾਰੀ ਲਾਸਟ ਬੈਂਚ ਤੋਂ। ਜਦੋਂ ਕੋਈ ਕੰਮ ਵੀ ਦਿੰਦੇ ਹੋ, ਜੇ ਤੁਸੀਂ ਕਿਸੇ ਬੱਚੇ ਨੂੰ ਕੋਈ ਚੌਕ ਵੀ ਲੈ ਕੇ ਆਉਣ ਨੂੰ ਕਹਿਣਾ ਹੈ, ਆਪਾਂ ਬਹੁਤ ਸਾਰੇ ਕੰਮ ਬੱਚਿਆਂ ਨੂੰ ਕਰਾਉਂਦੇ ਹਾਂ ਤੇ ਨਾਟ ਨੈਸੈਸਰੀਲੀ ਕਿ ਇੱਕੋ ਬੱਚੇ ਨੂੰ ਕਹੀਏ, ਅਸੀਂ ਅਲੱਗ-ਅਲੱਗ ਬੱਚੇ ਨੂੰ ਨਾਮ ਲੈ ਕੇ ਪਿਆਰ ਨਾਲ ਬੁਲਾ ਕੇ ਕਰ ਸਕਦੇ ਹਾਂ। ਸੋ ਇਹ ਛੋਟੇ-ਛੋਟੇ ਜੈਸਚਰਸ ਜਿਹੜੇ ਨੇ ਇਹਦੇ ਨਾਲ ਅਸੀਂ 1-to-1 ਕਨੈਕਸ਼ਨ ਕਰ ਸਕਦੇ ਹਾਂ। ਔਰ ਪੜ੍ਹਾਉਂਦੇ ਹੋਏ ਵੀ ਅਸੀਂ ਜਿਹੜਾ ਹੈ ਸਪੈਸ਼ਲ ਫੋਕਸ 1-to-1 ਬੱਚੇ ਦੇ ਕੋਲ ਡੈਸਕ ਤੇ ਜਾ ਕੇ ਜਿਹੜਾ ਹੈ ਉਹ ਆਪਣੀ ਫੀਡਬੈਕ ਦੇ ਸਕਦੇ ਹਾਂ ਕਿ ਉਹ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਸੋ ਇਹ ਛੋਟੀ-ਛੋਟੀ ਗੱਲਾਂ ਹੀ ਨੇ ਜਿਹੜੀਆਂ ਧਿਆਨ ਰੱਖੀਆਂ ਜਾ ਸਕਦੀਆਂ, ਰਾਦਰ ਦੈਨ ਕਿ ਟੀਚਰ ਇੱਕ ਜਗ੍ਹਾ ਤੇ ਖੜਾ ਹੋ ਕੇ ਪੜ੍ਹਾ ਕੇ ਕਲਾਸ ਚੋਂ ਚਲਾ ਜਾਏ। Yeah, Dr. Shalu, when everyone knows education system treat monkey and fish same, then why not overall system be changed? Sir, yes. ਮੈਡਮ ਤੁਹਾਡੀਆਂ ਐਗਜ਼ਾਮਪਲਾਂ ਤੁਹਾਡੇ ਹੀ ਦੇਖ ਲਓ, ਪੁੱਠੇ ਪੈ ਰਹੀਆਂ ਨੇ। नहीं सर, दिस इज वेरी रेलिवेंट क्वेश्चन सर, रादर बहुत इंटेलिजेंट क्वेश्चन है सर। बिल्कुल टीचर देखो, टीचर सिस्टम नहीं चेंज कर सकता, आई एग्री, पर सर अगर सब ध्यान दे विच होएगा ही, न्यू एजुकेशन पॉलिसी आ चुकी है सर, एंड वी आर होपिंग कि हुण नवी पॉलिसी आ रही है और सिस्टम पूरा मॉडिफाई होएगा ही होएगा, और मंकीज और बर्ड्स और पेंगुइन दे विच डिफरेंस पता चलेगा क्लास दे विच, और अकॉर्डिंगली सब नू उस तरह जो बच्चे का स्टैमिना है, जो एप्टीट्यूड है, ਉਹਦੇ ਅਕੋਰਡਿੰਗ ਸਬਜੈਕਟਸ ਲੈਣ ਦੀ ਜੋ ਲਿਬਰਟੀ ਹੈ ਉਹ ਬੱਚਿਆਂ ਨੂੰ ਮਿਲੇਗੀ ਅਕੋਰਡਿੰਗ ਟੂ ਨਿਊ ਐਜੂਕੇਸ਼ਨ ਪਾਲਿਸੀ। ਅਗਰ ਜ਼ਿਆਦਾ ਤੁਸੀਂ ਜਾਨਣਾ ਚਾਹੁੰਦੇ ਹੋ, ਕਾਈਂਡਲੀ ਤੁਸੀਂ ਰੈਫਰ ਕਰ ਸਕਦੇ ਹੋ ਨਵੀਂ ਪਾਲਿਸੀ ਨੂੰ, ਪਲੀਜ਼ ਰੈਫਰ ਕਰੋ। Yeah, so next question for you, Dr. Shalu, again. Is it possible to teach soft skills to students when parents and schools want better marks only? Even for job application, mark sheet is basic criteria. So a better student may be less competitive. सर बिल्कुल ठीक किया इन्होंने जिन्होंने भी क्वेश्चन पूछे कि बेसिक क्राइटेरिया तो मार्क्स ही ने किसी जॉब ਨੂੰ ਲੈਣ ਲਈ। ਦੇਖੋ ਜਦੋਂ ਲਿਸਟ ਬਣਦੀ ਹੈ ਤਾਂ ਕੁਆਲੀਫਾਈਂਗ ਮਾਰਕਸ ਤਾਂ ਚਾਹੀਦੇ ਨੇ ਨਾ, ਉਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ। ਪਰ ਸਰ ਫਰਦਰ ਜਦੋਂ ਇੰਟਰਵਿਊ ਦੇ ਵਿੱਚ ਜਾਂਦੇ ਆ ਉਹਦੇ ਲਈ ਤਾਂ ਇੰਟਰਪਰਸਨਲ ਸਕਿੱਲਸ ਤਾਂ ਬਹੁਤ ਇੰਪੋਰਟੈਂਟ ਨੇ, ਕਮਿਊਨੀਕੇਸ਼ਨ ਸਕਿੱਲਸ ਤਾਂ ਬਹੁਤ ਇੰਪੋਰਟੈਂਟ ਨੇ। ਲਾਈਕ ਮੇਰੇ ਮਾਰਕਸ ਬਹੁਤ ਅੱਛੇ ਨੇ ਐਂਡ ਆਈ ਅਪੀਅਰਡ ਇਨ ਦ ਇੰਟਰਵਿਊ, ਪਰ ਉਸ ਤੋਂ ਬਾਅਦ ਕੀ ਸਰ ਕਿ ਮੈਂ ਕਮਿਊਨੀਕੇਟ ਕਰ ਪਾਈ ਕਿ ਜੋ ਮੇਰੇ ਕੋਲ ਸੀ, ਜੋ ਮੇਰੇ ਕੋਲ ਨੌਲੇਜ ਹੈ, ਜੋ ਮੈਂ ਗੇਨ ਕੀਤਾ ਹੈ, ਕਿ ਮੈਂ ਪੈਨਲ ਜਾ ਕੇ ਕਮਿਊਨੀਕੇਟ ਕਰ ਪਾਈ। ਜਿਵੇਂ ਕੱਲ ਮੈਮ ਨੇ ਦੱਸਿਆ, ਸੈਨੀ ਮੈਮ ਨੇ, ਕਿ ਤੁਹਾਡੇ ਜੋ ਬੋਡੀ ਪੋਸਚਰ ਹੈ, ਬੋਡੀ ਲੈਂਗੁਏਜ ਹੈ, ਕਿੰਨੀ ਇੰਪੋਰਟੈਂਟ ਹੈ ਕਿਸੇ ਇੰਟਰਵਿਊ ਦੇ ਵਿੱਚ। ਤੁਸੀਂ ਡਿਫੈਂਸਿਵ ਹੋ, ਤੁਸੀਂ ਅਫੈਂਸਿਵ ਹੋ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਕਰ ਰਹੇ ਹੋ, ਉਹ ਤੁਹਾਡੀ ਬੋਡੀ ਲੈਂਗੁਏਜ ਦੇ ਵਿੱਚੋਂ ਕਲੀਅਰ ਹੋ ਜਾਏਗਾ। ਔਰ ਸਰ ਈਵਨ ਕਿ ਹੁਣ ਤਾਂ ਜੋ MNCs ਨੇ ਜਾਂ ਅੱਛੇ ਗਰੁੱਪਸ ਨੇ ਜਦੋਂ ਹਾਇਰ ਕਰਦੇ ਨੇ ਕੈਂਡੀਡੇਟਸ ਨੂੰ, ਉਹ ਸਾਈਕੋਲੋਜਿਸਟ ਵੀ ਨਾਲ ਬੈਠੇ ਹੁੰਦੇ ਨੇ। ਉਹ ਚੁੱਪਚਾਪ ਬੈਠੇ ਓਬਜ਼ਰਵ ਕਰਦੇ ਨੇ ਕੈਂਡੀਡੇਟ ਦਾ ਕੀ ਬੋਡੀ ਪੋਸਚਰ ਹੈ, ਉਹ ਕਿਸ ਤਰ੍ਹਾਂ ਦਾ, ਉਹਦਾ ਮਤਲਬ ਬੋਡੀ ਲੈਂਗੁਏਜ ਕੀ ਕਹਿ ਰਹੀ ਹੈ ਉਹਦੀ। ਇਸ ਕਰਕੇ ਸੌਫਟ ਸਕਿੱਲਸ ਤਾਂ ਬਹੁਤ ਹੀ ਇੰਪੋਰਟੈਂਟ ਨੇ ਸਰ, ਚਾਹੇ ਮਾਰਕਸ ਅੱਛੇ ਆ ਰਹੇ ਨੇ ਪਰ ਸੌਫਟ ਸਕਿੱਲ ਸ਼ੁਡ ਬੀ ਪਾਰਟ ਆਫ ਕਰਿਕੂਲਮ। ਮੈਂ ਤਾਂ ਇਹ ਕਹਿਣਾ ਚਾਹਾਂਗੀ ਸਰ। May I add something to this, sir? जी। Yeah, sure ma'am, sure. Yeah sir, actually I would like to add this thing कि मैं एक रिसर्च स्टडी पढ़ी ਸੀਗੀ ਜੀ, ਜਿਹਦੇ ਚ ਇਹ ਦੱਸਿਆ ਗਿਆ ਸੀਗਾ ਕਿ ਸਰਵੇਜ਼ ਵੀ ਹੁੰਦੇ ਨੇ ਇਹ ਇਸ ਨਾਲ ਰਿਲੇਟਡ, ਰਿਕਰੂਟਮੈਂਟਸ ਨਾਲ ਰਿਲੇਟਡ, ਤੇ ਉਹਦੀ ਫਾਈਂਡਿੰਗਸ ਦੇ ਅਕੋਰਡਿੰਗ ਇਹ ਆਇਆ ਸੀਗਾ ਕਿ EMPLOYERS ਜਿਹੜੇ ਨੇ ਉਹ ਮਾਰਕਸ ਨਾਲੋਂ ਸੌਫਟ ਸਕਿੱਲਸ ਨੂੰ ਵੇਟੇਜ ਜ਼ਿਆਦਾ ਦਿੰਦੇ ਆ। ਐਕਚੁਅਲੀ ਡਿਫਰੈਂਟ ਪੋਸਟਸ ਦੇ ਲਈ ਡਿਫਰੈਂਟ ਰਿਕਰੂਟਮੈਂਟ ਪ੍ਰੋਸੈਸਸ ਹੈ, ਬਟ ਮੈਜੋਰਿਟੀ ਜਿਹੜੇ EMPLOYERS ਨੇ ਉਹਨਾਂ ਨੇ ਇੱਕ ਲਿਸਟ ਜਿਹੜੀ ਆਪਣੀ ਸਪੈਸੀਫਾਈ ਕੀਤੀ ਹੁੰਦੀ ਹੈ ਕਿ ਸਾਡੇ ਇਸ ਕਾਈਂਡ ਆਫ ਜੌਬ ਦੇ ਲਈ ਸਾਨੂੰ ਕਿਹੜੇ ਜੌਬ ਜਿਹੜੀ ਸੌਫਟ ਸਕਿੱਲਸ ਨੇ ਇਹ ਸਾਨੂੰ ਚਾਹੀਦੇ ਨੇ, ਤੇ ਉਹ ਇੰਟਰਵਿਊ ਦੇ ਟਾਈਮ ਤੇ ਉਹ ਸੌਫਟ ਸਕਿੱਲਸ ਜਿਹੜੇ ਨੇ ਉਹ ਆਬਜ਼ਰਵ ਮਤਲਬ ਕੋਸ਼ਿਸ਼ ਕਰਦੇ ਨੇ ਕਿ ਅਸੀਂ ਉਦਾਂ ਦੇ ਬੰਦੇ ਹਾਇਰ ਕਰੀਏ। ਜਿੱਦਾਂ ਮੈਮ ਨੇ ਹੁਣੇ ਕਿਹਾ ਕਿ ਸਾਈਕੋਲੋਜਿਸਟ ਬਿਠਾਏ ਹੁੰਦੇ ਨੇ, ਉਹਦਾ ਪਰਪਸ ਇਹ ਹੁੰਦਾ ਹੈ ਦੇ ਇਵੈਲੂਏਟ ਡਿਫਰੈਂਟ ਐਸਪੈਕਟਸ ਫਰੋਮ ਦੈਟ ਕੈਂਡੀਡੇਟ ਕਿ ਉਹ ਲਾਇਕ ਹੈ ਕਿ ਨਹੀਂ। ਸੋ देयर आर ਗੈਪਸ ਆਲਸੋ
ਐਕਸਪੈਕਟੇਸ਼ਨਸ ਦੀ। ਤੇ ਮੈਨੂੰ ਤਾਂ ਲੱਗਦਾ ਹੈ ਕਿ ਪੇਰੈਂਟਸ ਤੇ ਟੀਚਰਸ ਨੂੰ ਵੀ ਆਪਣੀ ਥੋੜਾ ਜਿਹਾ ਮਾਈਂਡਸੈਟ ਚੇਂਜ ਕਰਨ ਦੀ ਲੋੜ ਹੈ ਕਿ ਸਿਰਫ ਮਾਰਕਸ ਤੇ ਫੋਕਸ ਕਰਨ ਦੀ ਬਜਾਏ ਇਹ ਸੌਫਟ ਸਕਿੱਲਸ ਔਰ ਇਹ ਸਾਰੀਆਂ ਵੈਲਿਊਜ਼ ਜਿਹੜੀਆਂ ਨੇ ਇਹਨੂੰ ਵੀ ਇਕੁਅਲ ਇੰਪੋਰਟੈਂਸ ਦਿੰਦੇ ਹੋਏ ਸਾਨੂੰ ਐਮਫੇਸਾਈਜ਼ ਕਰਨਾ ਚਾਹੀਦਾ ਹੈ ਕਿ ਮਾਰਕਸ ਭਾਵੇਂ ਘੱਟ ਆ ਜਾਣ ਬਟ ਸੌਫਟ ਸਕਿੱਲਸ ਜਿਹੜੇ ਨੇ ਉਹ ਤੁਸੀਂ ਆਪਣੇ ਇੰਪਰੂਵ ਕਰਨੇ ਆ। Well said, ma'am. Well said. Yeah. So now the question for Dr. Meena Thakur. How can teacher help the mental health of students? हाँ जी, टीचर अपनी सबसे बेसिकली तो सबसे पहले टीचर की अपनी मेंटल हेल्थ अच्छी होनी चाहिए। अगर एक टीचर की अपनी मेंटल हेल्थ अच्छी है तभी वो अपने स्टूडेंट्स की मेंटल हेल्थ के बारे में इम्प्रूवमेंट के बारे में सोचेगा। उसके लिए वो डिफरेंट स्किल्स यूज कर सकता है बच्चे की मेंटल हेल्थ को इम्प्रूव करने के लिए। जैसे हम कहते हैं कि जो हेल्दी बॉडी में ही एक हेल्दी माइंड होता है, तो सबसे पहले जो प्री रिक्विजिट है इसके लिए कि अगर मेंटल हेल्थ हमारी अच्छी हो तो उससे पहले हमारी फिजिकल फिटनेस जो है बॉडी की वो अच्छी होनी चाहिए। हमें एक्सरसाइज करनी चाहिए प्रॉपर टाइम पे, हमें डाइट अच्छी रखनी चाहिए अपनी, है ना। तो अगर हमारी फिजिकल हेल्थ अच्छी होगी उसी के अंदर एक अच्छा मन, अच्छा विचार आएंगे उसके अंदर हमारी बॉडी में। तो उसको इम्प्रूव करने के लिए टीचर को इसके लिए उसको मेडिटेशन, योगा, और टीचर को खुद भी अनबायस होना पड़ेगा क्लास में। वो कभी भी मतलब बायस्ड बिहेवियर ना दिखाए जिससे बच्चे के अंदर फ्रस्ट्रेशन आए। वो कभी भी किसी एक पर्टिकुलर स्टूडेंट को प्रमोट कर रहा है और एक बच्चे को पर्पसफुली वो नेग्लेक्ट कर रहा है, उसको इग्नोर कर रहा है, वो इस तरीके से ना करे जिससे बच्चे की मेंटल हेल्थ पे इफेक्ट पड़े उसकी। Thank you, ma'am. Next question for Dr. Shalu. How to teach positively in a negative environment? If authorities are not supportive to implement soft skills, then how can we impart better teaching skills? ਸਰ ਮੈਨੂੰ ਲੱਗਦਾ ਨਹੀਂ ਕਿ ਤੇ ਅਥਾਰਟੀਜ਼ ਜ਼ਿਆਦਾ ਰੋਲ ਪਲੇ ਕਰਦੀਆਂ ਨੇ। ਸੌਫਟ ਸਕਿੱਲ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਮੈਂ ਬੱਚਿਆਂ ਨਾਲ ਇੰਟਰੈਕਟ ਕਰਨਾ ਚਾਹੁੰਦੀ ਹਾਂ ਕਲਾਸ ਦੇ ਵਿੱਚ, ਮੈਂ ਉਹਨਾਂ ਨੂੰ ਸੌਫਟ ਸਕਿੱਲ ਸਿਖਾਣੇ ਨੇ, ਅਥਾਰਟੀਜ਼ ਦਾ ਰੋਲ ਇੱਥੇ ਕਿੱਥੇ ਆ ਗਿਆ ਸਰ? ਮੈਨੂੰ ਇਹ ਸਮਝ ਨਹੀਂ ਆ। ਅਥਾਰਟੀਜ਼ ਕੀ ਕਹਿਣਗੀਆਂ ਕਿ ਅੱਛਾ ਟੀਚ ਨਾ ਕਰੋ ਬੱਚਿਆਂ ਨੂੰ, ਕੁਝ ਨਾ ਸਿਖਾਓ ਬੱਚਿਆਂ ਨੂੰ। ਅਥਾਰਟੀਜ਼ ਆਈ ਥਿੰਕ ਅਗਰ ਤੁਸੀਂ ਅੱਛਾ ਟੀਚ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਨੋਬਡੀ ਕੈਨ ਸਟਾਪ ਯੂ। ਉਹ ਤਾਂ ਟੀਚਰ ਦੇ ਹੱਥ ਵਿੱਚ ਹੈ ਨਾ। ਮੈਂ ਕਲਾਸ ਦੇ ਵਿੱਚ ਜਾ ਰਹੀ ਹਾਂ, ਅਗਰ ਮੈਂ ਐਕਸਟਰਾ ਕਲਾਸ ਬੱਚੇ ਫ੍ਰੀ ਬੈਠੇ ਹੋਣ ਅੱਛੀਆਂ ਗੱਲਾਂ ਦੱਸ ਰਹੀ ਹਾਂ, ਮੈਨੂੰ ਨਹੀਂ ਲੱਗਦਾ ਕਿ ਸੌਫਟ ਸਕਿੱਲਸ ਦੇ ਵਿੱਚ ਅਥਾਰਟੀਜ਼ ਕੋਈ ਬੈਰੀਅਰ ਹੈਗੀਆਂ ਨੇ। Yes, I do agree, ma'am. Yes. Okay, so next question, Dr. Manjinder. Yes, sir. So this is a simple question I'll answer. Can you share the link to the presentation? So I think the presentation we will discuss with the National Skill Quality Framework team. So what they say, otherwise the recordings will be available with you and all the presentation ਸਾਰੀਆਂ ਜਿੰਨੀਆਂ ਵੀ presentations ਉਹਨਾਂ ਨੇ share use ਕੀਤੀਆਂ ਨੇ ਉਹ ਸਾਰੀਆਂ ਉਸ ਵੀਡੀਓ ਦੇ ਵਿੱਚ available ਨੇ। So ਤੁਸੀਂ ਕਦੇ ਵੀ ਉਹਨੂੰ watch ਕਰ ਸਕਦੇ ਹੋ। So that is not a question, ਉਹ ਕੋਈ ਏਡਾ ਵੱਡਾ issue ਨਹੀਂ ਹੈ। So question for Dr. Manjinder, some of the students have low mental ability. How we can teach them? What method we use for these kinds of students? Okay. Yes, there are definitely different kinds of students in our class. ਤੇ ਜੇ ਕੋਈ low mental ability ਬੱਚੇ ਦਾ ਸਾਨੂੰ ਪਤਾ ਹੈ, ਪਹਿਲੀ ਗੱਲ ਤਾਂ ਸਾਨੂੰ again I'll come to psychology, we must understand the individual differences. And ਜਿਵੇਂ ਮੈਮ ਨੇ ਕੱਲ ਬਹੁਤ ਅੱਛਾ ਐਗਜ਼ਾਮਪਲ ਦਿੱਤਾ ਸੀ ਡਾਕਟਰ ਸ਼ਾਲੂ ਮੈਮ ਨੇ ਕਿ ਉਹ ਸਾਡੀ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਇੱਕ ਫਿਸ਼ ਤੋਂ ਮੰਕੀ ਵਾਲੀਆਂ ਜਾਂ ਐਲੀਫੈਂਟ ਤੋਂ ਦੂਸਰੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਫਸਟ ਆਫ ਆਲ ਵੀ ਮਸਟ ਬੀ ਪ੍ਰੀਪੇਅਰਡ ਕਿ ਉਹ ਜੋ ਲੋ ਮੈਂਟਲ ਐਬਿਲਿਟੀ ਵਾਲਾ ਬੱਚਾ ਹੈ ਉਹ ਸੁਪੀਰੀਅਰ IQ ਵਾਲੇ ਬੱਚੇ ਦੇ ਨਾਲ ਤਾਂ ਬਿਲਕੁਲ ਅਸੀਂ ਉਹਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ। ਜੇ ਅਸੀਂ ਕਰਾਂਗੇ ਤਾਂ ਉਸ ਬੱਚੇ ਦਾ ਮੋਰਲ ਹੋਰ ਜ਼ਿਆਦਾ ਡਾਊਨ ਹੋ ਜਾਏਗਾ ਔਰ ਉਹ ਡਿਸਕਰੇਜ ਹੋ ਜਾਏਗਾ। ਨੰਬਰ 1। ਨੰਬਰ 2, ਹੁਣ ਉਹਨਾਂ ਲਈ ਕੀ ਸਟ੍ਰੈਟਜੀ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈ। ਇਹਦੇ ਲਈ ਮੇਰੀ ਸਮਝ 'ਚ ਜੋ ਚੀਜ਼ ਹੈ ਉਹ ਇਹ ਹੈ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਲੈਂਦੀ ਟਾਕਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਲੈਕਚਰਸ ਦੇ ਰੂਪ 'ਚ ਦਿੰਦੇ ਆ ਤਾਂ ਹੋ ਸਕਦਾ ਹੈ ਬਾਕੀ ਬੱਚੇ ਉਸ ਚੀਜ਼ ਨੂੰ ਗ੍ਰਾਸਪ ਕਰ ਲੈਣ, ਪਰ ਜਿਹੜਾ ਲੋ ਮੈਂਟਲ ਐਬਿਲਿਟੀ ਵਾਲਾ ਬੱਚਾ ਹੈ ਉਹਦੇ ਲਈ ਇਹ ਚੀਜ਼ ਇੰਨੀ ਉੱਥੇ ਯੂਜ਼ਫੁਲ ਨਹੀਂ ਹੋਏਗੀ। ਸੋ what is required is you must break your teaching content into small tasks, small chunks.
ਉਸ ਦੇ ਵਿੱਚ ਜੇ ਦੱਸਿਆ ਜਾਏਗਾ ਕਿ ਆਪਣੇ ਹੀ ਟੀਚਿੰਗ ਨੂੰ, ਔਰ ਇਹ ਬਾਕੀਆਂ ਵਾਸਤੇ ਵੀ ਜਿਹੜੀ ਇਹ ਚੀਜ਼, ਇਹ ਸਟ੍ਰੈਟੇਜੀ ਜਿਹੜੀ ਹੈ ਇਫੈਕਟਿਵ ਹੀ ਹੋਏਗੀ, ਕਿ ਪੋਰਸ਼ਨਸ ਦੇ ਵਿੱਚ ਜੇ ਅਸੀਂ ਆਪਣਾ ਕੰਟੈਂਟ ਡਿਲੀਵਰ ਕਰਦੇ ਹਾਂ ਔਰ ਹਰ ਇੱਕ ਥੋੜਾ ਜਿਹਾ ਪੋਰਸ਼ਨ ਪੜ੍ਹਾ ਕੇ ਅਸੀਂ ਕਿਸੇ ਐਕਟੀਵਿਟੀ 'ਚ ਬੱਚੇ ਨੂੰ ਇਨਵੋਲਵ ਕਰ ਲੈਂਦੇ ਹਾਂ ਜਾਂ ਕੋਈ ਹੋਰ ਮੈਂਟਲ ਐਕਸਰਸਾਈਜ਼ ਦੇ ਦਿੰਦੇ ਹਾਂ, ਤਾਂ ਉਹ ਬੱਚੇ ਨੂੰ ਥੋੜਾ ਜਿਹਾ ਉਸ ਚੀਜ਼ ਨੂੰ ਗ੍ਰਾਸਪ ਔਰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦਾ ਜਿਹੜਾ ਉਹ ਟਾਈਮ ਮਿਲ ਜਾਏਗਾ। ਦੂਸਰਾ ਜਿਹੜੀ ਮੈਂ ਇਸ ਪਹਿਲੇ ਆਨਸਰ ਦੇ ਵਿੱਚ ਹੀ ਜ਼ਿਕਰ ਕੀਤਾ ਕਿ ਬੱਚੇ ਨੂੰ ਹੈਂਡਸ ਔਨ ਐਕਸਪੀਰੀਅੰਸ ਦੇ ਥਰੂ ਜਿੰਨਾ ਜ਼ਿਆਦਾ ਹੋ ਸਕੇ ਪੜ੍ਹਾਇਆ ਜਾਵੇ, ਸਪੈਸ਼ਲੀ ਉਸ ਬੱਚੇ ਤੇ ਜ਼ਿਆਦਾ ਇੰਡੀਵਿਜੂਅਲ ਅਟੈਂਸ਼ਨ ਦਿੱਤੀ ਜਾ ਸਕਦੀ ਹੈ ਜਿਸ ਦਾ ਮੈਂਟਲ ਲੈਵਲ ਲੋ ਹੈ, ਮੈਂਟਲ ਐਬਿਲਿਟੀ ਲੋ ਹੈ। ਉਸ ਬੱਚੇ ਨੂੰ ਸਪੈਸੀਫਿਕਲੀ ਵਿਦ ਫੋਕਸ ਅਸੀਂ ਹੈਂਡਸ ਔਨ ਐਕਸਪੀਰੀਅੰਸ ਦੇ ਸਕਦੇ ਹਾਂ ਕਿ ਜੇ ਬਾਕੀ ਬੱਚੇ ਨੂੰ ਬਾਕੀ ਕੰਟੈਂਟ ਸਮਝ ਆ ਗਿਆ, ਉਸ ਬੱਚੇ ਨੂੰ ਜਿਹਦਾ ਲੋ ਮੈਂਟਲ ਲੈਵਲ ਹੈ ਉਸਨੂੰ ਸੈਪਰੇਟ ਜਿਹੜਾ ਹੈ ਅਸੀਂ ਕੋਚਿੰਗ ਜਾਂ ਟੀਚਿੰਗ ਦੇ ਸਕਦੇ ਹਾਂ, ਕੋਈ ਰੈਮੀਡੀਅਲ ਕਲਾਸਿਸ ਦੇ ਵਿੱਚ ਦੇ ਸਕਦੇ ਹਾਂ, ਜਾਂ ਕਲਾਸਰੂਮ 'ਚ ਬਾਕੀ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਕੋਈ ਟਾਸਕ ਅਸਾਈਨ ਕਰਕੇ ਉਸ ਬੱਚੇ ਨੂੰ ਸਪੈਸ਼ਲ ਅਟੈਂਸ਼ਨ ਦੇ ਸਕਦੇ ਹਾਂ, ਔਰ ਉਸਨੂੰ ਅਸੀਂ ਕਿਸੇ ਹੋਰ ਪ੍ਰੈਕਟੀਕਲ ਅਪਰੋਚ ਦੇ ਨਾਲ ਜਿਹੜਾ ਹੈ ਉਹ ਚੀਜ਼ ਪੜ੍ਹਾ ਸਕਦੇ ਹਾਂ ਤਾਂ ਕਿ ਉਸਦੀ ਸਮਝ 'ਚ ਉਹ ਚੀਜ਼ ਆ ਜਾਏ, ਕਿਉਂਕਿ ਸਿਰਫ ਥਿਓਰੀਟਿਕਲੀ ਸੁਣ ਕੇ ਸਮਝਣਾ ਇਹਨਾਂ ਬੱਚਿਆਂ ਲਈ ਇੰਨਾ ਯੂਜ਼ਫੁਲ ਨਹੀਂ ਹੁੰਦਾ। Yeah, thank you. So, Dr. Shalu, question for you. How can we simply shrug off the negativity before entering the class, because we are humans and it can't be shut down if we are feeling low? अगर नेगेटिविटी है तो रीजंस लभो ना, नेगेटिविटी क्यों है, मतलब क्लास पढ़ाने जा रहे हैं, नेगेटिविटी कलीग्स तो करके है, वर्क प्लेस करके है, फैमिली करके है। अगर तो फैमिली करके अपना होम एनवायरनमेंट करके है या कोई प्रॉब्लम है फैमिली दे विच, तो फिर तो देखो छड्डनियां पैणगी, डिफरेंशिएट करना पएगा वर्क प्लेस और फैमिली दे नाल। इफ यू आर एट द वर्क प्लेस क्लास दे विचों तो भुलना पएगा, वो घंटा 2 घंटा तुहानू सब कुछ भुलना पएगा अगर अपनी जॉब नाल जस्टिस करना चाहते हो तुसी। अगर घर आके फिर अपनी जॉब नू भी भुलना पएगा, अगर घर दे विच तुसी थोड़ा जा माहौल अच्छा चाहते हो और फैमिली लाइफ अच्छी चाहते हो। और ये तो देखो इंडिविजुअल खुद ही सोचना पएगा कि मैं डिफरेंशिएट करना अपने वर्क प्लेस तो, अगर वर्क प्लेस से भी उनकी प्रॉब्लम्स है, कलीग्स नाल कोई डिस्प्यूट है, पर वो सब कुछ ਅਸੀਂ क्लासरूम ਦੇ ਵਿੱਚ ਲੈ ਕੇ ਨਹੀਂ ਜਾ ਸਕਦੇ, ਜਿਵੇਂ ਮੈਮ ਨੇ ਹੁਣੇ ਕਿਹਾ ਸੀ ਕਿ ਅਸੀਂ ਸਾਰੀਆਂ ਚੀਜ਼ਾਂ क्लासरूम ਦੇ ਵਿੱਚ ਲੈ ਕੇ ਨਹੀਂ ਜਾ ਸਕਦੇ। ਹਾਂ, ਅਗਰ ਫਿਰ ਵੀ ਤੁਸੀਂ 네ਗੇਟਿਵ ਹੋ, अपने आप को समझा नहीं पा रहे, फिर तो तरीके सुबह उठो, जल्दी उठो, मेडिटेशन करो, प्राणायाम करो, अलोम विलोम कपालभाति मैं खुद करती हूँ और बहुत इफेक्टिव है चीज़ां, ये सिर्फ नाम ਲਈ या कहन ਲਈ नहीं है। इंटरनेट तो देखो, अगर टाइमिंग सूट नहीं करते टीवी दे, वो सब ਨੂੰ फॉलो करो और बहुत इफेक्टिव चीज़ां ने, ਤੁਹਾਡੀਆਂ ਕਿੰਨੀਆਂ ਮੈਡੀਕਲ ਪ੍ਰੋਬਲਮਸ ਠੀਕ ਹੋ ਜਾਣਗੀਆਂ ਔਰ ਤੁਸੀਂ ਅੱਛਾ ਫੀਲ ਕਰੋਗੇ। ਔਰ ਇਹ ਸੋਚ ਕੇ ਚੱਲੋ ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ। अगर सोचोगे मैं सबनों खुश करना है, वर्क प्लेस से भी मेरी 40 टीचर्स सब दे नाल बनी होवे, सब मैनू अच्छा कहन, ये नोशन दिमाग चो कड्डो पहला तो अपने। तुसी अपने बच्चे दे नाल जस्टिस कर रहे हो, क्लास दे नाल अपने काम दे नाल, बस इन्ना ही यही पर्पस लेके चलोगे तो मैनू लगता नहीं कोई दिक्कत आएगी। अगर आ भी रही है, अगर बहुत ज्यादा दिक्कत है, then consult your doctor, I think. Okay, so Dr. Manjinder, question for you. Please explain conflict resolution. Okay. First of all, conflict resolution consists of two terms. Explain ਕਰਨ ਨੂੰ ਕਿਹਾ ਤਾਂ ਹੁਣ ਮੈਂ ਉਸ ਤਰੀਕੇ ਨਾਲ ਕਰੂੰਗੀ। Conflicts is, you can say it's a kind of disagreement. ਜਦੋਂ ਦੋ ਇੰਡੀਵਿਜੂਅਲਸ ਜਾਂ ਦੋ ਗਰੁੱਪਸ ਜਾਂ ਦੋ ਪਾਰਟੀਜ਼ ਦੇ ਵਿੱਚ ਕਿਸੇ ਇੱਕ ਗੱਲ ਤੇ ਆ ਕੇ ਸਹਿਮਤੀ ਨਹੀਂ ਹੁੰਦੀ, ਕੁਝ ਡਿਸਐਗਰੀਮੈਂਟਸ ਹੋ ਜਾਂਦੇ ਨੇ, ਕੋਈ ਕਲੈਸ਼ਸ ਹੋ ਜਾਂਦੇ ਨੇ, ਤਾਂ ਉਹ ਕੌਨਫਲਿਕਟਸ ਹੁੰਦੇ ਆ। Resolution is when we decide to do something or not to do something. ਜਦੋਂ ਅਸੀਂ ਨਾਰਮਲੀ ਕਹਿੰਦੇ ਨਾ ਇਹ ਮੇਰਾ ਨਿਊ ਈਅਰ ਰੈਜ਼ੋਲੂਸ਼ਨ ਹੈ ਕਿ ਹੁਣ ਮੈਂ ਰੋਜ਼ ਸੈਰ ਕਰਨ ਜਾਣਾ, ਉਹ ਰੈਜ਼ੋਲੂਸ਼ਨ ਇਜ਼ ਵੀ ਡਿਸਾਈਡ ਟੂ ਡੂ ਸਮਥਿੰਗ। ਸੋ ਵਾਟ ਇਜ਼ ਕੌਨਫਲਿਕਟ ਰੈਜ਼ੋਲੂਸ਼ਨ ਨਾਓ? ਕੌਨਫਲਿਕਟ ਰੈਜ਼ੋਲੂਸ਼ਨ ਦਾ ਮਤਲਬ ਹੁੰਦਾ ਹੈ ਕਿ ਅਸੀਂ ਇੱਕ ਐਸੇ ਇੱਕ ਐਸੀ ਪ੍ਰੈਕਟਿਸ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਇੰਡੀਵਿਜੂਅਲਸ ਦਾ ਅਸੀਂ ਇੱਕ ਕਾਮਨ ਸੋਲਿਊਸ਼ਨ ਕੱਢਣਾ ਹੈ ਉਸ ਡਿਸਐਗਰੀਮੈਂਟ ਦਾ। ਪੀਸਫੁਲ ਵਿੱਚ ਅਸੀਂ ਬੈਠ ਕੇ ਗੱਲਬਾਤ ਰਾਹੀਂ ਉਹ ਕੌਨਫਲਿਕਟ ਦੇ ਉਹਦੇ ਵੀ ਅੱਗੇ ਡਿਫਰੈਂਟ ਸਟ੍ਰੈਟਜੀਜ਼ ਹੁੰਦੀਆਂ ਨੇ, ਜਿਵੇਂ ਕਿ ਪਹਿਲਾਂ ਤਾਂ ਲਿਸਟ ਡਾਊਨ ਕਰੋ ਕਿ ਡਿਸਐਗਰੀਮੈਂਟ ਕਿਹੜੀ ਗੱਲ ਤੋਂ ਹੋ ਰਿਹਾ, ਵਾਟ ਆਰ ਦਾ ਪੁਆਇੰਟਸ ਆਫ ਡਿਸਐਗਰੀਮੈਂਟ। ਫਿਰ ਇਹ ਵੀ ਡਿਸਕਸ ਕਰੋ ਕਿ ਇਹ ਸਿਰਫ ਟਾਈਮਲੀ ਡਿਸਐਗਰੀਮੈਂਟ ਹੈ ਜਾਂ ਲੌਂਗ ਟਰਮ ਚੱਲਣ ਵਾਲਾ ਹੈ, ਕਿਉਂਕਿ ਉਸੇ ਤੇ ਬੇਸਿਸ ਤੇ ਤੁਹਾਡੀ ਡਿਸੀਜਨਸ ਜਿਹੜੀਆਂ ਨੇ ਉਹ ਡਿਸਾਈਡ ਹੋਣਗੀਆਂ। ਜੇ ਤਾਂ ਉਹ ਟਾਈਮਲੀ ਹੈ ਤਾਂ ਹੋਰ ਸਟ੍ਰੈਟਜੀਜ਼ ਹੁੰਦੀਆਂ ਨੇ, ਅਵੋਇਡ
है ना, ये टाइम निकल जाएगा, ये काम निकल जाएगा या एक्टिविटी निकल जाएगी, देन ऑल द कॉन्फ्लिक्ट्स विल बी रिजॉल्व्ड। मोस्ट पीपल प्रेफर टू अवॉइड इट। या फिर ਕੀ ਹੋ ਸਕਦਾ ਹੈ ਕਿ ਤੁਸੀਂ ਉਹ ਜੋਟ ਡਾਊਨ ਕਰ ਰਹੇ ਹੋ, ਬਟ ਇਹਦੇ ਲਈ ਜ਼ਰੂਰੀ ਹੈ ਕਿ ਯੂ ਮਸਟ ਆਲਸੋ, ਅਗੇਨ ਉਹ ਲਿਸਨਿੰਗ ਵਾਲੀ ਗੱਲ ਆਉਂਦੀ ਹੈ ਕਿ ਜਦੋਂ ਸਾਡੇ ਡਿਸਐਗਰੀਮੈਂਟਸ ਹੈਗੇ ਨੇ, ਸਾਹਮਣੇ ਵਾਲੇ ਦੀ ਗੱਲ ਨੂੰ ਸੁਣਨਾ ਵੀ ਉਨਾ ਹੀ ਇੰਪੋਰਟੈਂਟ ਹੈ। ਜੇ ਮੈਂ ਕਿਸੇ ਚੀਜ਼ ਲਈ ਡਿਸਐਗਰੀ ਜਾਂ ਐਗਰੀ ਕਰ ਰਹੀ ਹਾਂ ਤੇ ਐਗਰੀ ਕਰ ਰਹੀ ਹਾਂ ਤੇ ਦੂਸਰਾ ਡਿਸਐਗਰੀ ਕਰ ਰਿਹਾ, ਤਾਂ ਕਿਉਂ? ਕਿਉਂਕਿ ਉਸ ਚੀਜ਼ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ। ਤਾਂ ਜਦੋਂ ਇੱਕ ਬੈਠ ਕੇ ਪੀਸਫੁਲ ਤਰੀਕੇ ਨਾਲ ਅਸੀਂ ਇਹ ਗੱਲਾਂ ਸੋਲਵ ਕਰਦੇ ਹਾਂ, ਉਸਨੂੰ ਉਹ ਕੌਨਫਲਿਕਟ ਜਿਹੜਾ ਹੈ ਉਸਨੂੰ ਉਸਦੀ ਡਿਸਐਗਰੀਮੈਂਟ ਨੂੰ ਇੱਕ ਕਾਮਨ ਕੰਸੈਂਸਸ ਤੇ ਲਿਆ ਕੇ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੈਟ ਇਜ਼ ਕੌਨਫਲਿਕਟ ਜਿਹੜਾ ਰੈਜ਼ੋਲੂਸ਼ਨ। ਔਰ ਕਈ ਵਾਰੀ ਇੱਥੇ ਹੁੰਦਾ ਦੋ ਇੰਡੀਵਿਜੂਅਲ ਦੇ ਵਿੱਚ ਨਹੀਂ ਹੋ ਪਾਉਂਦਾ, ਫਿਰ ਅਥਾਰਟੀਜ਼ ਦੇ ਹੈਵ ਟੂ ਪਲੇ। ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਡਿਫਰੈਂਟ ਸਕੂਲਸ ਦੇ ਵਿੱਚ ਕਿਤੇ ਕੋਈ ਸਟਾਫ ਮੈਂਬਰਸ ਦੇ ਵਿੱਚ ਕੋਈ ਗੱਲ ਹੋ ਜਾਂਦੀ ਹੈ ਤੇ ਜੇ ਆਪਣੇ ਲੈਵਲ ਤੇ ਸੋਲਵ ਨਹੀਂ ਹੁੰਦੀ, ਫਿਰ ਪ੍ਰਿੰਸੀਪਲਸ ਬੁਲਾਉਂਦੇ ਨੇ, ਹਾਂਜੀ ਤੁਸੀਂ ਦੱਸੋ ਕੀ ਗੱਲ ਸੀ, ਤੁਸੀਂ ਦੱਸੋ ਕੀ ਗੱਲ ਸੀ। ਫਿਰ ਉਹ ਕਾਮਨ ਇੱਕ ਕੰਕਲੂਜਨ ਜਾਂ ਆਪਣਾ ਸੋਲੂਸ਼ਨ ਸੁਜੈਸਟ ਕਰਦੇ ਆ ਕਿ ਹੁਣ ਕੀ ਕਰਨਾ ਚਾਹੀਦਾ ਹੈ ਕੀ ਨਹੀਂ। ਸੋ ਦੈਟ ਇਜ਼ ਬੇਸਿਕਲੀ ਆਲ ਅਬਾਊਟ ਕਨਫਲਿਕਟ ਰੈਜ਼ੋਲੂਸ਼ਨ। Okay, ma'am. Again, the question for you and last question for you. Are there any skills for time management for teachers? ਯੈਸ ਡੈਫੀਨੇਟਲੀ। ਵੈਸੇ ਤਾਂ ਇਹ ਬੜੀ ਬੇਸਿਕ ਜਿਹੜੀਆਂ ਸਟ੍ਰੈਟਜੀਜ਼ ਹੈ ਜਿਹੜੀਆਂ ਅਸੀਂ ਨੋਰਮਲੀ ਵੀ ਆਪਣੀ ਲਾਈਫ ਫੋਲੋ ਕਰਦੇ ਹਾਂ, ਬਟ ਟੀਚਰਸ ਲਈ ਇੱਕ ਟਾਈਮ ਮੈਨੇਜਮੈਂਟ ਲਈ ਇਹ ਹੋ ਸਕਦਾ ਹੈ, ਕਿਉਂਕਿ ਟੀਚਰਸ ਜਿਹੜੇ ਨੇ ਉਹ ਮਲਟੀਟਾਸਕਰਸ ਹੈਗੇ ਹੈ, ਰਾਈਟ। ਅਪਾਰਟ ਫਰੋਮ delivering their lectures ਔਰ ਆਪਣੀ ਕਲਾਸ ਦੇ ਵਿੱਚ ਪੜ੍ਹਾਉਣ ਤੋਂ ਇਲਾਵਾ ਹੋਰ ਬੜੀ ਮਲਟੀਪਲ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਟੀਚਰਸ ਤੇ, ਖਾਸ ਕਰ ਗਵਰਨਮੈਂਟ ਸਕੂਲ ਟੀਚਰਸ ਤੇ। ਸੋ ਉਹਦੇ ਲਈ ਕੀ ਕੀਤਾ ਜਾ ਸਕਦਾ? ਸਭ ਤੋਂ ਪਹਿਲਾਂ ਤਾਂ ਆਈ ਥਿੰਕ ਕਿਸੇ ਵੀ ਸ਼ਡਿਊਲ ਨੂੰ ਬਣਾਉਣ ਦੇ ਲਈ ਸਾਨੂੰ ਪ੍ਰਾਇੋਰਿਟੀਜ਼ ਸੈੱਟ ਕਰਨੀਆਂ ਪੈਂਦੀਆਂ। ਪਹਿਲੇ ਨੰਬਰ ਤੇ ਸਾਡੇ ਲਈ ਕਿਹੜੀ ਚੀਜ਼ ਇੰਪੋਰਟੈਂਟ ਹੈ। ਜਦੋਂ ਅਸੀਂ ਪ੍ਰਾਇੋਰਿਟੀਜ਼ ਦੀ ਲਿਸਟ ਬਣਾ ਲੈਂਦੇ ਹਾਂ, ਉਸ ਅਕੋਰਡਿੰਗ ਕੰਮ ਕਰਦੇ ਹਾਂ, ਤਾਂ ਮਿਸਮੈਨੇਜਮੈਂਟ ਹੋਣ ਦੇ ਚਾਂਸਸ ਘੱਟ ਹੁੰਦੇ ਆ। ਦੂਸਰੀ ਗੱਲ ਜੋ ਟੀਚਰਸ ਦੇ ਲੈਵਲ ਤੇ ਕਈ ਵਾਰ ਆਉਂਦੀ ਹੈ ਕਿ ਟਾਈਮ ਕਿਉਂ ਘੱਟਦਾ, ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਅਪਰੋਪਰੀਏਟ ਟਾਈਮ ਨਹੀਂ ਹੈ, ਕਿਉਂਕਿ ਕਈ ਵਾਰੀ ਅਸੀਂ ਟੈਂਡੈਂਸੀ ਹੁੰਦੀ ਹੈ ਕਿ ਅੱਜ ਮੂਡ ਨਹੀਂ ਹੈ, ਕੱਲ ਕਰ ਲਾਂਗੇ। ਉਹ ਜਦੋਂ ਅਸੀਂ ਪਾਈਲ ਅਪ ਕਰਦੇ ਜਾਂਦੇ ਹਾਂ ਕੰਮ, ਤਾਂ ਐਂਡ ਤੇ ਜਾ ਕੇ ਫਿਰ ਉਹ ਟਾਈਮ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਵਨ ਸੁਜੈਸ਼ਨ ਇਜ਼ ਕਿ ਸਪੈਸ਼ਲੀ ਜਿਵੇਂ ਸਕੂਲ ਟੀਚਰਸ ਨੂੰ ਗ੍ਰੇਡਿੰਗ ਵਰਕ ਬਹੁਤ ਜ਼ਿਆਦਾ ਹੁੰਦਾ ਹੈ, ਅਸਾਈਨਮੈਂਟਸ ਗ੍ਰੇਡ ਕਰਨੀਆਂ, ਕਾਪੀਆਂ ਚੈੱਕ ਕਰਨੀਆਂ, ਬੈਟਰ ਟੂ ਡੂ ਇਟ ਸਾਈਮਲਟੇਨੀਅਸਲੀ। ਨਾਲ ਦੀ ਨਾਲ ਹੀ ਜੇ ਅਸੀਂ ਉਹਨੂੰ ਕਰਦੇ ਰਵਾਂਗੇ ਤਾਂ ਟਾਈਮ ਮੈਨੇਜਮੈਂਟ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਰਿਗਾਰਡਿੰਗ ਸਿਲੇਬਸ ਕੰਪਲੀਸ਼ਨ ਆਈ ਵੁੱਡ ਸੇ ਕਿ ਜਦੋਂ ਅਸੀਂ ਕੋਈ ਕਲਾਸ ਸਟਾਰਟ ਕਰਦੇ ਹਾਂ ਤਾਂ ਉਹ ਸਟਾਰਟਿੰਗ ਤੋਂ ਹੀ ਸਾਡੀ ਪਲਾਨਿੰਗ ਜਿਹੜੀ ਉਹ ਹੋ ਜਾਣੀ ਚਾਹੀਦੀ ਹੈ ਕਿ ਮੈਂ ਕਿੰਨੇ ਟਾਈਮ ਦੇ ਵਿੱਚ ਜਾਂ ਅੱਜ ਦੇ ਲੈਕਚਰ ਵਿੱਚ ਮੈਂ ਕਿੰਨਾ ਜਿਹੜਾ ਹੈ ਪੋਰਸ਼ਨ ਕਵਰ ਕਰਾਣਾ ਹੈ, ਐਂਡ ਟਰਾਈ ਟੂ ਅਵੋਇਡ ਰੈਪੀਟੀਟਿਵ ਡਰਿਲਸ ਇਨ ਕਲਾਸ। ਕਈ ਵਾਰੀ ਕੀ ਹੁੰਦਾ, ਅਸੀਂ ਦੇਖਿਆ ਹੈ ਕਿ ਕਲਾਸਰੂਮ ਦੇ ਵਿੱਚ ਨਾ ਪ੍ਰੈਕਟਿਸ ਵਰਕ, ਰਿਪੀਟਿਡ ਪ੍ਰੈਕਟਿਸ ਵਰਕ ਜਿਹੜੇ ਆ ਉਹ ਟੀਚਰਸ ਕਰਾਉਂਦੇ ਰਹਿੰਦੇ ਆ। ਉਹਦੇ ਨਾਲ ਕੀ ਹੁੰਦਾ ਹੈ, ਕਈ ਵਾਰੀ ਜਿਹੜੇ ਟੌਪਿਕਸ ਕਰਾਉਣ ਵਾਲੇ ਹੁੰਦੇ ਉਹ ਰਹਿ ਜਾਂਦੇ ਆ, ਪ੍ਰੈਕਟਿਸ ਦੇ ਵਿੱਚ ਕੰਮ ਜ਼ਿਆਦਾ ਨਿਕਲ ਜਾਂਦਾ ਹੈ। ਸੋ ਇਟਸ ਬੈਟਰ ਕਿ ਇੱਕ ਵਾਰੀ ਜੇ ਕੋਈ ਤੁਸੀਂ ਟੌਪਿਕ ਕਰਾਤਾ ਜਾਂ ਉਸਦੀ ਪ੍ਰੈਕਟਿਸ ਹੈ, ਉਸ ਲਈ ਹੋਮ ਅਸਾਈਨਮੈਂਟ ਦੇ ਦਿਓ, ਕੋਈ ਵਰਕਸ਼ੀਟਸ ਬਣਾ ਲਓ, ਜਾਂ ਕਿਸੇ ਹੋਰ ਜਦੋਂ ਸਿਲੇਬਸ ਖਤਮ ਹੋ ਜਾਏ ਉਦੋਂ ਉਸ ਚੀਜ਼ ਦੀ ਪ੍ਰੈਕਟਿਸ ਕਰਵਾਓ। ਜੇ ਅਸੀਂ ਸਿਲੇਬਸ ਕੰਪਲੀਸ਼ਨ ਤੋਂ ਪਹਿਲੇ ਇਹਨਾਂ ਡਰਿਲਸ ਔਰ ਪ੍ਰੈਕਟਿਸ ਦੇ ਵਿੱਚ ਚਲੇ ਜਾਂਦੇ ਹਾਂ, ਜ਼ਿਆਦਾ ਟਾਈਮ ਡਿਵੋਟ ਕਰਦੇ ਹਾਂ, ਤਾਂ ਬਾਕੀ ਚੀਜ਼ਾਂ ਜਿਹੜੀਆਂ ਹੈ ਉਹ ਟਾਈਮ ਜਿਹੜਾ ਉਹਨਾਂ ਚੀਜ਼ਾਂ ਲਈ ਘੱਟ ਜਾਂਦਾ ਹੈ। ਔਰ ਹਮੇਸ਼ਾ ਟਾਈਮ ਤੋਂ ਪਹਿਲੇ ਸਿਲੇਬਸ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਜਿਵੇਂ ਆਹ COVID-19 ਵਾਲਾ ਇੱਕਦਮ ਸਿਨੈਰੀਓ ਆ ਗਿਆ, ਲੋਕਡਾਊਨ ਹੋ ਗਿਆ, ਤੇ ਜਿਹਨਾਂ ਟੀਚਰਸ ਨੇ ਤਾਂ ਐਫੀਸ਼ੀਐਂਟਲੀ ਮੈਕਸਿਮਮ ਸਿਲੇਬਸ ਕੰਪਲੀਟ ਕਰ ਲਿਆ ਸੀ, ਉਹ ਥੋੜੇ ਜਿਹੇ ਫਾਇਦੇ ਤੇ ਰਹੇ ਹੋਣੇ। ਜਿਨ੍ਹਾਂ ਦਾ ਸਲੋ ਚੱਲ ਰਿਹਾ ਸੀ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਆਈ ਹੋਏਗੀ ਕਿ ਹੁਣ ਆਪਾਂ ਕਿਵੇਂ ਕਰੀਏ। ਸੋ these are the small steps. Yeah, thank you, ma'am. So, Dr. Shalu, question for you and last question for you. How can if we identify if someone is under stress? ਸਰ ਹੁਣ ਦੇਖਣਾ ਪਏਗਾ, ਤੁਸੀਂ ਸਟੂਡੈਂਟ ਨੂੰ ਆਇਡੈਂਟੀਫਾਈ ਕਰਨਾ ਚਾਹ ਰਹੇ ਹੋ ਜਾਂ ਸਰ ਇਹ ਗੱਲ ਬੱਚਿਆਂ ਦੀ ਹੋ ਰਹੀ ਹੈ ਸਰ, ਇਹ ਕਲੀਗਸ ਦੀ ਕਿਸੇ? ਸਰ ਇਹ ਬੱਚਿਆਂ ਦੀ ਗੱਲ not clear from the question, you can answer accordingly. ਓਕੇ ਸਰ, ਦੇਖੋ ਹੁਣ ਇੰਡੀਵਿਜੂਅਲ ਅਗਰ ਅਸੀਂ ਦੇਖਣਾ ਹੈ ਕਿ ਹੂ ਇਜ਼ ਅੰਡਰ ਸਟ੍ਰੈਸ, ਤਾਂ ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਮੂਡ ਸਵਿੰਗਸ ਹੈ, ਡਿਪਰੈਸ਼ਨ ਹੈ, ਐਂਜ਼ਾਈਟੀ ਹੈ, ਉਹਦਾ ਬਿਹੇਵੀਅਰ ਚੇਂਜ ਹੋ ਜਾਏਗਾ ਇਫ ਸਮਵਨ ਇਜ਼ ਅੰਡਰ ਸਟ੍ਰੈਸ। ਜੋ ਕੰਮ ਦਿੱਤਾ ਗਿਆ ਹੈ ਉਹ ਟਾਈਮ 'ਚ ਪੂਰਾ ਨਹੀਂ ਕਰ ਪਾਏਗਾ ਉਹ। ਔਰ ਸਟ੍ਰੈਸ ਦੇ ਰੀਜ਼ਨਸ ਵੀ ਦੇਖਣੇ ਪੈਣਗੇ, ਸਟ੍ਰੈਸ ਕਿਉਂ ਹੈ, ਕਿ ਸਟ੍ਰੈਸ ਵਰਕ ਪਲੇਸ ਕਰਕੇ ਹੈ, ਫੈਮਿਲੀ ਹੈ, ਔਰ ਜੋ ਅੰਡਰ ਸਟ੍ਰੈਸ ਰਹਿ ਰਹੇ ਨੇ ਜਾਂ ਸਟ੍ਰੈਸ ਹੈ ਉਹਨਾਂ ਲਈ ਮੈਂ ਇੱਕ ਗੱਲ ਸਰ ਕਹਿਣਾ ਚਾਹਾਂਗੀ, बेहिसाब हसरतें न पालिए, बेहिसाब हसरतें न पालिए, जो मिला है उसी को संभालिए। सो अगर ਅਸੀਂ ਇਹ ਚੀਜ਼ ਦੇਖ ਲਈ, ਸੋ ਅਗਰ ਅਸੀਂ ਇਹ ਚੀਜ਼ ਦੇਖ ਲਈ ਕਿ ਜੋ ਹੈ ਸਾਡੇ ਕੋਲ, ਬੀ ਸੈਟੀਸਫਾਈ ਇਨ ਦੈਟ, ਚਾਹੇ ਵਰਕ ਪਲੇਸ ਤੇ ਹੈ, ਦੂਸਰੇ ਨੂੰ ਦੇਖ ਕੇ ਜੈਲਸ ਨਾ ਕਰੋ, ਸਿੱਖੋ। ਅਗਰ ਕੋਈ ਕਿਸੇ ਦੀ ਕਲਾਸ ਦੇ ਬੱਚੇ ਕਿਸੇ ਟੀਚਰ ਨੂੰ ਲਾਈਕ ਕਰ ਰਹੇ ਨੇ, ਦੇਖੋ ਨਾ ਕੀ ਕੁਆਲਿਟੀਜ਼ ਹੈ, ਜਾ ਕੇ ਪੁੱਛ ਲਓ ਮੈਮ ਤੁਹਾਡੇ 'ਚ ਕੀ ਹੈ, ਕਿਵੇਂ ਕਰਦੇ ਹੋ ਤੁਸੀਂ,
ਅਸੀਂ ਇਹ ਪੁੱਛ ਕੇ ਕੋਈ ਛੋਟੇ ਨਹੀਂ ਹੋ ਜਾਵਾਂਗੇ, ਪਰ ਅਸੀਂ ਸਾਡੀ ਈਗੋਸ ਬਹੁਤ ਹਾਈ ਹੋ ਜਾਂਦੀਆਂ ਨੇ, ਨਹੀਂ ਮੈਂ ਨਹੀਂ ਪੁੱਛਣਾ ਇਹ ਚੀਜ਼। ਇਹ ਚੀਜ਼ ਥੋੜਾ ਜਿਹਾ ਅਸੀਂ ਲਾਈਫ ਇੱਕ ਲਾਈਫ ਮਿਲੀ ਹੈ, ਜੋ ਸਿੱਖਣ ਦਾ ਮੌਕਾ ਉਹਨੂੰ ਸਿੱਖੋ, ਜੋ ਤੁਹਾਡੇ ਕੋਲ ਹੈ ਉਹਨੂੰ ਵੰਡੋ, ਔਰ ਜੋ ਕਿਤੋਂ ਮਿਲ ਸਕਦਾ ਉਹਨੂੰ ਲੈ ਲਓ, ਕੋਈ ਵੱਡੀ ਗੱਲ ਨਹੀਂ ਹੈ। ਪਰ ਸਟ੍ਰੈਸ ਅਸੀਂ ਆਪਣੀ ਸਿੰਪਲ ਲਾਈਫ ਨੂੰ ਕੰਪਲੈਕਸ ਕੀਤਾ ਹੋਇਆ, ਡਿਫਿਕਲਟ ਬਣਾਇਆ ਹੋਇਆ। ਲਾਈਫ ਇੰਨੀ ਡਿਫਿਕਲਟ ਨਹੀਂ ਹੈ, ਲਾਈਫ ਇਜ਼ ਵੈਰੀ ਸਿੰਪਲ, ਪਰ ਅਸੀਂ ਪਤਾ ਨਹੀਂ ਕੀ ਸੋਚ ਕੇ ਉਹਨੂੰ ਕੰਪਲੈਕਸ ਕੀਤਾ ਹੋਇਆ। ਅਗਰ ਸਿਚੁਏਸ਼ਨਸ ਹੈਗੀਆਂ ਨੇ ਕੰਪਲੈਕਸ, ਤਾਂ ਬਹੁਤ ਤਰੀਕੇ ਨੇ ਉਹ ਤੋਂ ਨਿਕਲਿਆ ਜਾ ਸਕਦਾ ਹੈ, ਰਾਈਟ। ਔਰ ਜਿਵੇਂ ਮੈਂ ਪਹਿਲਾਂ ਕੱਲ ਵੀ ਦੱਸਿਆ ਸੀਗਾ, ਬੀ ਪੋਜ਼ਿਟਿਵ ਹੋ ਕੇ ਰਹੋ, ਜੋ ਮਿਲਿਆ ਹੈ ਉਹਨੂੰ ਸੰਭਾਲੋ। ਔਰ ਅਗਰ ਡਿਪਰੈਸ਼ਨ ਦੇ ਵਿੱਚ ਕੋਈ ਸਾਥੀ ਹੈ ਤੁਹਾਡਾ, ਕੋਈ ਫਰੈਂਡ ਹੈ ਜਾਂ ਬੱਚੇ ਨੇ ਕਲਾਸ ਦੇ ਵਿੱਚ, ਉਹਨੂੰ ਆਇਡੈਂਟੀਫਾਈ ਕਰੋ, ਉਹਦਾ ਬਿਹੇਵੀਅਰ ਤੁਹਾਨੂੰ ਦੱਸ ਦੇਗਾ ਕਿ ਉਹ ਡਿਪਰੈਸਡ ਹੈ, ਫਿਰ ਉਹਦੇ ਰੀਜ਼ਨਸ ਲੱਭੋ। ਅਗਰ ਪੋਸੀਬਲ ਹੈ ਉਹਦੀ ਫੈਮਿਲੀ ਨੂੰ, ਫਰੈਂਡਸ ਨਾਲ ਕਾਉਂਸਲਿੰਗ ਕਰੋ, ਬੈਠ ਕੇ ਪੁੱਛੋ ਕੀ ਰੀਜ਼ਨਸ ਹੈ। ਕੋਈ ਚੀਜ਼ ਇੰਨੀ ਮੁਸ਼ਕਿਲ ਨਹੀਂ ਹੈ ਕਿ ਸੋਲਵ ਨਹੀਂ ਹੋਏਗੀ, ਟੀਚਰ ਤਾਂ ਬਹੁਤ ਕੁਝ ਸੋਲਵ ਕਰ ਲੈਂਦੇ ਨੇ, ਤਾਂ ਸਟ੍ਰੈਸ ਵਗੈਰਾ ਤਾਂ ਕੋਈ ਖਾਸ ਹੈ ਹੀ ਨਹੀਂ। ਜੋ ਅੱਜ ਕੱਲ ਟੀਚਰ ਕਰ ਰਹੇ ਨੇ, ਐਜੂਕੇਸ਼ਨ ਡਿਪਾਰਟਮੈਂਟ ਜੋ ਕੁਝ ਕਰ ਰਿਹਾ ਹੈ, ਆਈ ਥਿੰਕ ਮੈਨੂੰ ਲੱਗਦਾ ਨਹੀਂ ਹੈ ਕਿ ਆਊਟ ਆਫ ਸਟ੍ਰੈਸ ਕੋਈ ਕਰ ਰਿਹਾ, ਬਹੁਤ ਮਜ਼ੇ ਨਾਲ ਕਰ ਰਹੇ ਹੈ, ਬਹੁਤ ਅੱਛੇ ਰਿਜ਼ਲਟਸ ਆ ਰਹੇ ਨੇ, ਬਹੁਤ ਵਧੀਆ ਕਰ ਰਹੇ ਨੇ ਟੀਚਰਸ। ਐਂਡ ਅਗੇਨ ਮੈਂ ਸਾਰੇ ਟੀਚਰਸ ਨੂੰ, ਇਹ ਲਾਸਟ ਕੁਐਸਚਨ ਆਈ ਥਿੰਕ ਸਰ ਕਹਿ ਰਹੇ ਨੇ, ਸਰ ਮੇਰਾ ਲਾਸਟ ਕੁਐਸਚਨ ਹੈ, ਰਾਈਟ? यस। हाँ सर, मैं बस लास्ट में यही कहूंगी, क्यों ना आज गमों को बेवकूफ बनाया जाए, क्यों ना आज गमों को बेवकूफ बनाया जाए, दर्द कितना भी हो शिद्दत से मुस्कुराया जाए, दर्द कितना भी हो शिद्दत से मुस्कुराया जाए। थैंक यू सर, थैंक यू वेरी मच। So now last question for Dr. Meena Thakur. Yes, sir. Yes. So should teachers be biased or neutral towards students? Oh, definitely teacher should be neutral. मतलब इसमें कोई दो राय नहीं है कि टीचर अगर बायस होता है तो वो अनरेस्ट बाकी सारी क्लास में नजर आता है ना। अगर हम पर्टिकुलरली किसी एक ग्रुप को, किसी एक स्टूडेंट को फेवर करते हैं, जैसे अभी डॉक्टर मनजिंदर कौर सैनी ने भी बताया कि हमें रोटेशन बेसिस पे बच्चों को ड्यूटीज असाइन करनी चाहिए। हमें ऐसा पर्टिकुलर नहीं करना चाहिए कि अगर कोई बच्चा क्लास में एक हमारी बात को फॉलो करता है तो अगेन एंड अगेन हम उसी बच्चे को इन्वॉल्व करें क्लासरूम एक्टिविटीज में। तो वो बायसनेस जो होती है, वो हमारी बायसनेस ना बच्चे में भी ट्रांसफर होती है, बच्चे के नेचर में भी वो बायसनेस आती है, वो भी इन फ्यूचर ऐसा ही सिटीजन बनेगा जो कि बायस होगा। अगर वो बच्चा टीचर बनना चाहता है, वो इन्फ्लुएंस हो रहा है किसी पर्सनैलिटी से ना, वो मेरी पर्सनैलिटी से इन्फ्लुएंस हो रहा है और मेरा नेचर है बायस्ड वाला नेचर है ना, तो जब वो मैं और उसी को फेवर कर रही हूँ, उस बच्चे को फेवर कर रही हूँ, जब वो क्लासरूम में जाएगा, जब वो एक टीचर बनेगा, तो उसका बिहेवियर भी उसी तरीके से होगा कि मैं एक पर्टिकुलर ग्रुप को ही फेवर करूं और कुछ बच्चों को मैं पीछे ही रखूं, है ना। ऑल्दो वो बच्चे कर सकते हैं ना, उनके अंदर हो सकता है वो शायनेस हो, वो बाहर ना आ रहे हो, अपने आप को प्रेजेंट ना कर रहे हो। अब हमें जो, जैसे हम टीम्स में जब हम काम करते हैं, जब हम ग्रुप्स में काम करते हैं, तो वहां पे भी टीचर को ये चीज ध्यान में रखनी चाहिए कि हमें एक टीम लीडर हर जब भी बनाना है तो हमें रोटेशन का ध्यान रखना है ना। जो बच्चा पीछे रहने की कोशिश करता है, कई बारी ना जो क्लासरूम में होते हैं जहाँ पे हमारी डेस्टिनी शेप हो रही है, जो कठारी कमीशन का फ्रेज था, उस क्लासरूम में कभी जो बैक बेंचर्स होते हैं ना, वो लाइफ में बहुत ज्यादा एक्सेल कर जाते हैं, है ना। जो फ्रंट बेंचर्स होते हैं वो अपना होमवर्क टीचर को पहले करके दिखा देते हैं ना, यस मैम आई विल डू ऐसे करके दिखा देते हैं। और जो कुछ बच्चे होते हैं वो इंटरैक्टिव कम होते हैं, वो पीछे बैठते हैं, वो ऑब्जर्व करते हैं और टीचर को लगता है कि ये इग्नोर कर रहे हैं, ये मेरी बात सुन नहीं रहे हैं, लेकिन अदरवाइज उनके अंदर बहुत पोटेंशियल होता है। तो टीचर को अनबायस होके सोच कर हर तरीके के बच्चे को, चाहे वो फिश है, चाहे वो मंकी है, चाहे वो ज़ीब्रा है, उसको हर बच्चे को इक्वल अपॉर्चुनिटी देनी चाहिए ताकि वो बच्चा सामने आए। उसकी जो साइकोलॉजिकल नीड्स है ना, वो प्रेज चाहता है ना, बेसिक नीड्स होती है ना हमारी, ये मैस्लो ने भी कहा है कि हम सब प्रेज चाहते हैं। हमारी भूख प्यास हंगर वाली जब डिजायर्स पूरी हो जाती है तो हम बेसिक नीड्स से ऊपर वाली नीड्स हम अपनी अकम्प्लिश करना चाहते हैं, जिसमें हम सोशल रिकॉग्निशन चाहते हैं। अब वो सोशल रिकॉग्निशन अगर एक टीचर बायस है तो वो उस बच्चे को तो वो इग्नोर ही कर रहा है, जो बच्चा कुछ नहीं कह रहा है क्लास में। तो डेफिनेटली टीचर को एक रोल मॉडल होना चाहिए, उसे अनबायस्ड होना चाहिए, उसे न्यूट्रल होना चाहिए क्लास में हर सिचुएशन में। अगर वो सिचुएशन उसके अपने पर्सनल अगर उसका अपना बच्चा उस क्लास में पढ़ रहा है
है ना, तभी भी उसको इसी तरीके से बिहेव करना चाहिए। अगर उसका बच्चा डिजर्व करता है तो उसको अप्रिशिएट करो, अगर वो बच्चा डिजर्व नहीं करता तो उसको अप्रिशिएशन ना दो। कभी भी ऐसा होता है ना कि अपने बच्चे को हम अप्रिशिएट नहीं करते क्लास में, अगर मेरी क्लास में ही वो स्टूडेंट है तो क्यों नहीं अप्रिशिएट करते कि बच्चा ये सोचेंगे, बाकी बच्चे सोचेंगे कि ये इसका अपना मतलब फर्स्ट रिलेशन में इसके साथ है। तो हमें अनबायस होके, न्यूट्रल होके सारी सिचुएशंस को समझना चाहिए। Thank you, Dr. Meena. But I think now a small question from you. You are saying that now we should be backbenchers then? नहीं नहीं, वी शुड नॉट बी बैक बेंचर्स, बट अब क्लास में जो सर्कमस्टांसेस हैं वो ऐसे होते हैं ना कि लास्ट में क्लास एंड होएगी ना, लिमिट जो डायमेंशंस है वो क्लोज होएंगी क्लास की, तो कुछ I want to add something, Dr. Meena, and it means that EQ should be more, na? Either if you have IQ, but EQ should be there. Maybe backbenchers have more EQ. वेरी ट्रू शालू मैम, EQ को भी बैलेंस करना चाहिए हमें। All panel members, it was a nice discussion and you have answered all the queries. तो जानते जानते मैं डॉक्टर मीना ठाकुर ਨੂੰ ਕਹਾਂਗਾ ਕਿ ਇੱਕ ਸ਼ੇਅਰ ਤੁਹਾਡੇ ਵੱਲੋਂ ਵੀ ਹੋ ਜਾਏ ਕਿ ਡਾਕਟਰ ਸ਼ਾਲੂ ਜਿੰਦਲ ਨੇ ਇੰਨੇ ਸ਼ੇਅਰ ਸੁਣਾਏ ਨੇ। सर अब इसका समापन जो है वो बहुत अच्छा होवे। इमीडिएटली तो मुझे कुछ ऐसे क्लिक नहीं कर रहा है कोई शेर, पर चलो एक दो लाइनें हैं, वो पता नहीं सिचुएशन के साथ मैच हो रही हैं कि नहीं हो रही हैं, पर कोई दो लाइनें जो मैं आपके साथ शेयर करना चाहूंगी। कोई हाथ भी ना मिलाएगा जो गले पड़े तपाक से, जो कोई हाथ भी ना मिलाएगा जो गले पड़ो तपाक से, ये नए मिजाज का शहर है, जरा फासले से मिला करो। ये नए ये तो आपने कोविड से रिलेट कर दिया मैम। एग्जैक्टली कोविड से रिलेटेड। फ्रॉम योर साइड एनी लास्ट? नो थैंक यू सर, ये शाराना अंदाज थोड़ा सा कम है मेरे में, डॉक्टर शालू जिंदल से इंस्पिरेशन मिली, आप थोड़ा सा बढ़ाएंगे इसको। थैंक यू, सो नाइस ऑफ यू। आप लोगों ने 2 days मतलब बहुत नॉलेज बढ़ाई है एंड you people are basically I'll say that psychologist rather than educationist. I have listened to all the sessions because that was my duty as well, but I have learned a lot and I think the game is there for सारी psychology दी game है जे ਤੁਸੀਂ ਆਪਣੀ ਸਾਈਕੋਲੋਜੀ ਆਪਣੀ ਮਾਈਂਡ ਆਰ ਮਾਈਂਡ ਜਿਵੇਂ ਡਾਕਟਰ ਸ਼ਾਲੂ ਜਿੰਦਲ ਨੇ ਕਿਹਾ, ਸੋ ਜੇ ਆਪਣੇ ਮਾਈਂਡ ਨੂੰ ਸੈੱਟ ਕਰ ਲੈਂਦੇ ਹੋ ਤਾਂ everything will be very cool and very on place. So very much for sparing your time for these 2 days, and this was a wonderful open discussion session in which you have answered all the queries raised by the participants who have joined us, जिन्हों ने सानू YouTube ਦੇ ਮਾਧਿਅਮ ਰਾਹੀਂ ਜੁਆਇਨ ਕੀਤਾ ਹੋਇਆ ਹੈ। और ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਸ਼ਾयद ਨਾ ਪਤਾ ਹੋਵੇ कि अपने इस गूगल मीट ਤੇ ਤਾਂ ਆਪਾਂ 3-4 ਬੰਦੇ ਹੀ ਆ ਜਿਹੜੇ ਗੱਲਬਾਤ ਕਰ ਰਹੇ ਆ, लेकिन YouTube ਦੇ ਉੱਤੇ approximately 1900 plus अपने ਕੋਲ ਟੀਚਰਸ ਨੇ, ਵੋਕੇਸ਼ਨਲ ਟੀਚਰਸ ਤੇ ਕੋਆਰਡੀਨੇਟਰਸ ਨੇ, ਜੋ ਕਿ ਤੁਹਾਨੂੰ ਸਾਰੇ ਤੁਸੀਂ ਜਿਹੜੀ ਨੌਲੇਜ ਸ਼ੇਅਰ ਕਰ ਰਹੇ ਹੋ ਉਹ ਗੇਨ ਕਰ ਰਹੇ ਨੇ। ਸੋ ਉਹਨਾਂ ਦੇ ਹੀ ਕੁਐਸਚਨ ਤੁਹਾਨੂੰ ਕੀਤੇ ਗਏ ਨੇ। ਕੰਗ੍ਰੈਚੁਲੇਸ਼ਨਸ ਟੂ ਦ ਆਰਗੇਨਾਈਜ਼ਰ। Yeah, thank you very much, and we will be disturbing you in future endeavors also if you require. So once again, thank you very much and goodbye. So ਜਿਹੜੇ YouTube ਦੇ ਮਾਧਿਅਮ ਨਾਲ जुड़े हुए ने ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਬੜੇ ਪੇਸ਼ੈਂਟਲੀ ਉਹਨਾਂ ਨੇ ਅੱਜ ਸਾਰਾ ਸੈਸ਼ਨ ਅਟੈਂਡ ਕੀਤਾ, ਔਰ ਮੈਂ ਉਹਨਾਂ ਦੇ ਸਾਰਿਆਂ ਦੇ ਬਿਹਾਫ ਤੇ ਇਸ ਪੂਰੀ ਵੂਮਨ ਪੈਨਲ ਨੂੰ ਮੈਂ ਥੈਂਕਸ ਕਹਿਣਾ ਚਾਹਾਂਗਾ ਕਿ ਉਹਨਾਂ ਨੇ ਸਪੇਅਰ ਟਾਈਮ ਕੀਤਾ। Thank you very much, and now we are closing this session. और rather soft skills ਦਾ ਜਿਹੜਾ ਮੋਡਿਊਲ ਹੈ ਉਹ ਅੱਜ ਸਾਡਾ ਖਤਮ ਹੁੰਦਾ ਹੈ ਔਰ ਕੱਲ ਤੋਂ ਡੋਮੇਨ ਐਕਸਪਰਟਸ ਵਾਲਾ ਸੈਸ਼ਨ ਸਾਡਾ ਸਟਾਰਟ ਹੋਏਗਾ। Thank you very much and good day and good night. Thank you sir. Thank you.